श्री गुरु नानक पद पंकज बंदना, पद पंकज बंदना। सिमरो अंगद दोख निकंदन, दोख निकंदन। अमरदास गुर हृदय त्यागो, हृदय त्यागो। श्री गुरु रामदास गुण गावो, श्री गुरु रामदास गुण गावो। गुरु अर्जन विघ्न के नाशक, विघ्न के नाशक। गुरु हरगोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला, परम कृपाला। गुरु गोबिंद सिंह विशाला, गुरु गोबिंद सिंह विशाला। तरों तरापुर पुन पुन सीसा, पुन पुन सीसा। बंदो बार बार जगदीशा, बंदो बार बार जगदीशा। श्री गुरु तेग बहादुर महाराज जी दे पावन पवित्र अस्थान गुरुद्वारा सीसगंज साहिब विखे गुरु ग्रंथ साहिब महाराज जी की पावन पवित्र हजूरी अंदर जुड़ बैठी गुरु प्यारी गुरु सवारी साध संगत जी। गुरबाणी दे विच महाराज कहते ने, अंधकार सुख कबह न सोई है, राजा रंक दो मिल रोई है। कदे भी मनुख दे कोल भावें जिंदगी दे विच बहुत कुछ है, पदार्थ तौर ते समाजिक तौर ते, जां फिर कुछ भी नहीं है। भावें सारा कुछ होए और भावें कुछ भी ना होए। जे कुछ नहीं है पर अज्ञानता है तां भी दुखी है, बहुत कुछ है पर ज्ञान नहीं है तां भी दुखी है। इस करके सुख का संबंध ज्ञान दे नाल है। ज्ञान का मतलब अंदर दे अनुभव दे नाल, अपने आप की सोझी दे नाल, अपने लक्ष्य की प्राप्ति दे नाल आनंद है। बाहरी तौर ते पदार्थां दे विच आनंद नहीं है, सुख है। हो सकता है ठंड का वक्त है, जिस दे कोल इस समय ठंड तो बचण लई वधिया गद्दे हन, उत्ते लैण लई वधिया विछौणे हन, रजाई तलाई कंबल हन, ਉਹਨੂੰ ਉਹਨਾਂ ਤੋਂ ਸੁੱਖ ਅਨੁਭਵ ਹੁੰਦਾ ਹੈ, ਆਨੰਦ ਨਹੀਂ। ਜਿਹਦੇ ਕੋਲ ਨਹੀਂ ਹਨ ਉਹਨੂੰ ਦੁੱਖ ਅਨੁਭਵ ਹੁੰਦਾ ਹੈ। ਸੁੱਖ ਤੇ ਦੁੱਖ ਪਦਾਰਥਾਂ ਦੇ ਆਉਣ ਤੇ ਨਾ ਹੋਣ ਦੇ ਨਾਲ ਹੈ। ਕੁਝ ਮਿਲ ਜਾਏ ਸੁੱਖ ਮਿਲ ਜਾਂਦਾ ਹੈ, ਕੁਝ ਚਲਾ ਜਾਏ ਦੁੱਖ ਮਿਲ ਜਾਂਦਾ ਹੈ, ਆਨੰਦ ਨਹੀਂ ਹੈ। ਇਵੇਂ ਵਧੀਆ ਪਦਾਰਥ ਖਾਣ ਨੂੰ ਮਿਲ ਜਾਣ, ਰਸਨਾ ਨੂੰ ਸੁੱਖ ਮਿਲਦਾ, ਨਾ ਮਿਲਣ ਦੁੱਖ ਮਿਲਦਾ। ਇਸ ਕਰਕੇ ਬਾਣੀ ਕਹਿੰਦੀ ਸੁੱਖ ਤੇ ਦੁੱਖ, ਇਹ ਤੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕੀ ਪਤਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਮਨੁੱਖ ਕਿੰਨੀ ਵਾਰੀ ਸੁਖੀ ਹੁੰਦਾ ਹੈ ਤੇ ਕਿੰਨੀ ਵਾਰੀ ਦੁਖੀ ਹੁੰਦਾ ਹੈ।
ਪਤਾ ਨਹੀਂ ਕਿੰਨੀ ਵਾਰੀ। ਕਈ ਵਾਰੀ ਜਦੋਂ ਪ੍ਰਸ਼ਾਦਾ ਸਕਦਾ ਸੁਖੀ ਹੁੰਦਾ, ਕੋਈ ਆ ਕੇ ਐਸੀ ਗੱਲ ਕਹਿ ਜਾਂਦਾ ਦੁਖੀ ਹੋ ਜਾਂਦਾ। ਥੋੜੀ ਦੇਰ ਬਾਅਦ ਕੋਈ ਆ ਕੇ ਚੰਗੀ ਗੱਲ ਦੱਸ ਜਾਂਦਾ ਹੈ, ਸੁਖੀ ਹੋ ਜਾਂਦਾ ਹੈ। ਥੋੜੀ ਦੇਰ ਬਾਅਦ ਕੋਈ ਦੂਜੀ ਗੱਲ ਦਾ ਦੁਖੀ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਰਾਜਾ ਹੈ ਭਾਵੇਂ ਰੰਕ ਹੈ, ਹਨੇਰੇ ਦੇ ਵਿੱਚ ਸਾਰੇ ਹੀ ਦੁਖੀ ਨੇ। ਹਨੇਰਾ ਹੋਏ ਭਾਵੇਂ ਰਾਜੇ ਦੇ ਘਰ ਹੋਏ ਭਾਵੇਂ ਗਰੀਬ ਦੇ ਘਰ ਹੋਏ, ਦੁਖੀ ਦੋਵੇਂ ਹੀ ਨੇ ਹਨੇਰੇ ਵਿੱਚ। ਇਵੇਂ ਮਹਾਰਾਜ ਕਹਿੰਦੇ ਜਦੋਂ ਤਾਈਂ ਅਗਿਆਨਤਾ ਹੈ, ਮਨੁੱਖ ਨੂੰ ਆਤਮਾ ਬਾਰੇ ਨਹੀਂ ਪਤਾ, ਪਰਮਾਤਮਾ ਬਾਰੇ ਨਹੀਂ ਪਤਾ, ਆਪਣੇ ਨਿੱਜੀ ਸਰੂਪ ਦੇ ਬਾਰੇ ਨਹੀਂ ਪਤਾ, ਇੰਦਰੀਆਂ ਕਿਵੇਂ ਕੰਮ ਕਰਦੀਆਂ ਨੇ, ਮਨ ਕੀ ਹੁੰਦਾ ਹੈ, ਜਦੋਂ ਤਾਈਂ ਇਹ ਨਹੀਂ ਪਤਾ ਉਦੋਂ ਤਾਈਂ ਦੁਖੀ ਹੈ। ਔਰ ਧਾਰਮਿਕ ਗਿਆਨੀ ਤੇ ਇਹ ਕਹਿੰਦੇ ਨੇ ਜਿਸ ਮਨੁੱਖ ਨੂੰ ਹਜੇ ਤਾਈਂ ਪਦਾਰਥਾਂ ਵਿੱਚੋਂ ਆਨੰਦ ਆ ਰਿਹਾ ਹੈ, ਸਿਰਫ ਪਦਾਰਥਾਂ ਵਿੱਚ ਹੀ ਉਹਨੂੰ ਸੁੱਖ ਲੱਭਦਾ ਹੈ, ਕਹਿੰਦੇ ਹਜੇ ਤਾਈਂ ਉਹਦੀ ਜਿਹੜੀ ਬੁੱਧੀ ਹੈ ਉਹਨੇ ਵਿਕਾਸ ਨਹੀਂ ਕੀਤਾ। ਉਹਦਾ ਜਿਹੜਾ ਦਿਮਾਗ ਹੈ ਹਜੇ ਤਾਈਂ ਵਿਕਾਸਸ਼ੀਲ ਨਹੀਂ ਹੋਇਆ, ਅਕਲ ਮੋਟੀ ਹੈ ਹਜੇ। ਇਸ ਕਰਕੇ ਕਹਿੰਦੇ ਸੁੱਖ ਤੇ ਦੁੱਖ ਪਦਾਰਥਾਂ ਵਿੱਚ ਨਹੀਂ ਛੁਪਿਆ। ਪਦਾਰਥ ਮਿਲ ਜਾਂਦੇ ਨੇ ਸੁਖੀ ਹੈ, ਚਲੇ ਜਾਂਦੇ ਨੇ ਦੁਖੀ ਹੈ। ਇਸ ਕਰਕੇ ਜਦੋਂ ਤਾਈਂ ਅਗਿਆਨਤਾ ਹੈ ਉਦੋਂ ਤਾਈਂ ਦੁੱਖ ਹੀ ਦੁੱਖ ਹੈ, ਹਨੇਰਾ ਹੀ ਹਨੇਰਾ ਹੈ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਅੱਗੇ ਫਿਰ ਦੱਸਦੇ ਨੇ ਸੁੱਖ ਕਿਵੇਂ ਆਏਗਾ, ਆਨੰਦ ਕਿਵੇਂ ਆਏਗਾ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਵਤ ਰੋਵਤ ਰਹਿਬੋ। ਜਦੋਂ ਤਾਈਂ ਮਨੁੱਖ ਰਸਨਾ ਦੇ ਦੁਆਰਾ ਰੱਬ ਰੱਬ ਨਹੀਂ ਕਹਿੰਦਾ, ਪਰਮਾਤਮਾ ਦਾ ਨਾਂ ਨਹੀਂ ਲੈਂਦਾ, ਉਦੋਂ ਤਾਈਂ ਜੰਮਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਜਦੋਂ ਤਾਈਂ ਪਰਮਾਤਮਾ ਦਾ ਨਾਂ ਨਹੀਂ ਲਏਗਾ, ਦੁਬਾਰਾ ਦੁਬਾਰਾ ਜੰਮਦਾ ਰਹੇਗਾ, ਦੁਬਾਰਾ ਦੁਬਾਰਾ ਮਰਦਾ ਰਹੇਗਾ, ਅੰਦਰ ਗਿਆਨ ਨਹੀਂ ਆਏਗਾ, ਪ੍ਰਕਾਸ਼ ਨਹੀਂ ਹੋਏਗਾ। ਜਦੋਂ ਤਾਈਂ ਅੰਦਰ ਪ੍ਰਕਾਸ਼ ਨਹੀਂ ਹੋਇਆ, ਆਪਣੇ ਆਪ ਬਾਰੇ ਪਤਾ ਨਹੀਂ ਲੱਗਿਆ ਇਹ ਕੌਣ ਹੈ ਕੌਣ ਨਹੀਂ, ਉਦੋਂ ਤਾਈਂ ਦੁੱਖ ਹੀ ਦੁੱਖ ਹੈ। ਇਸ ਕਰਕੇ ਪ੍ਰਕਾਸ਼ ਦੀ ਪ੍ਰਾਪਤੀ ਲਈ, ਪਰਮੇਸ਼ਰ ਦੀ ਪ੍ਰਾਪਤੀ ਲਈ ਇੱਕ ਕਦਮ ਹੁੰਦਾ ਹੈ ਸਤ ਸੰਗਤ ਵਿੱਚ ਆਉਣਾ। ਇੱਕ ਕਦਮ ਹੈ ਪ੍ਰਾਪਤੀ ਲਈ, ਇੱਕ ਸਾਧਨ ਹੈ। ਇਸ ਸਾਧਨ ਦੇ ਦੁਆਰਾ ਮਨੁੱਖ ਜਦੋਂ ਸਤ ਸੰਗਤ ਵਿੱਚ ਬੈਠਦਾ ਹੈ, ਉਸ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਪਰਮੇਸ਼ਰ ਨੂੰ ਪਾਉਣ ਦਾ, ਪਰਮੇਸ਼ਰ ਦੇ ਬਾਰੇ ਜਾਣਨ ਦਾ, ਪਰਮੇਸ਼ਰ ਦੀ ਗੱਲ ਸੁਣਨ ਦਾ। ਜਿਵੇਂ ਜਿਵੇਂ ਇਹ ਫਿਰ ਗੁਰੂ ਦੀ ਗੱਲ ਸੁਣਦਾ ਹੈ, ਗੁਰੂ ਦਿਆਂ ਉਪਦੇਸ਼ਾਂ ਨੂੰ ਸੁਣਦਾ ਹੈ, ਉਵੇਂ ਉਵੇਂ ਫਿਰ ਜ਼ਿੰਦਗੀ ਦੇ ਵਿੱਚ ਮਾੜੇ ਕਰਮਾਂ ਨੂੰ ਛੱਡੀ ਜਾਂਦਾ ਹੈ। ਕਿਉਂਕਿ ਸਤ ਸੰਗਤ ਇੱਕ ਸ਼ਕਤੀ ਵੀ ਦਿੰਦੀ ਹੈ। ਸੰਗਤ ਇੱਕ ਮਨੁੱਖ ਨੂੰ ਸ਼ਕਤੀ ਦਿੰਦੀ ਹੈ ਮਾੜੇ ਕਰਮਾਂ ਤੋਂ ਕਿਨਾਰਾ ਕਰਨ ਲਈ, ਚੰਗੇ ਕਰਮਾਂ ਦੇ ਵਿੱਚ ਜੁੜਨ ਦੇ ਲਈ। ਸੋ ਇਸ ਕਰਕੇ ਮਹਾਰਾਜ ਨੇ ਕਿਹਾ ਸਤ ਸੰਗਤ ਬਹੁਤ ਜ਼ਰੂਰੀ ਹੈ। ਸਤ ਸੰਗਤ ਤੋਂ ਬਿਨਾਂ ਮਨੁੱਖ ਦੇ ਅੰਦਰ ਕ੍ਰਾਂਤੀ ਨਹੀਂ ਘਟੇਗੀ, ਬਦਲਾਅ ਨਹੀਂ ਆਏਗਾ। ਮਨੁੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਨਹੀਂ ਲੱਗੇਗੀ, ਕਿਉਂਕਿ ਜਦੋਂ ਤੇ ਜਿਹਦੀ ਗੱਲ ਹੀ ਨਹੀਂ ਸੁਣਨੀ ਤਾਂਘ ਕਿਵੇਂ ਲੱਗੇਗੀ। ਜਦੋਂ ਤੇ ਜਿਹਦੇ ਬਾਰੇ ਸੁਣਾਂਗੇ ਤਾਂ ਹੀ ਤੇ ਉਹਦੇ ਬਾਰੇ ਜਾਣਾਂਗੇ। ਜਿਸ ਦੇ ਬਾਰੇ ਕਦੀ ਸੁਣਿਆ ਹੀ ਨਹੀਂ, ਸਾਧ ਸੰਗਤ ਮੈਨੂੰ ਕਹਿਣ ਦੇਣਾ, ਉਹਨੂੰ ਜਾਣਿਆ ਵੀ ਨਹੀਂ ਜਾ ਸਕਦਾ। ਜਿਹਦੇ ਬਾਰੇ ਸਾਧ ਸੰਗਤ, ਜਿਹੜੀ ਚੀਜ਼ ਬਾਰੇ ਮਨੁੱਖ ਜਾਣਨਾ ਚਾਹੁੰਦਾ ਹੈ ਨਾ, ਉਹਦੇ ਬਾਰੇ ਸੁਣਦਾ ਬਹੁਤ ਜ਼ਿਆਦਾ ਹੈ। ਜਿਹੜੀ ਚੀਜ਼ ਨੂੰ ਮਨੁੱਖ ਪਾਉਣਾ ਚਾਹੁੰਦਾ ਹੈ, ਉਹਦੇ ਬਾਰੇ ਸੁਣਦਾ ਬੜਾ ਜ਼ਿਆਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਓ ਹੁਣ ਜਿਹੜੀ ਗੁਰੂ ਸਾਹਿਬ ਜੀ ਦੀ ਕਥਾ ਚੱਲਦੀ ਪਈ ਹੈ ਇਤਿਹਾਸ ਦੀ, ਮਹਾਰਾਜ ਸਿੱਖਾਂ ਨੂੰ ਦੱਸ ਰਹੇ ਨੇ ਜ਼ਿੰਦਗੀ ਦੇ ਵਿੱਚ ਸਿੱਖਿਆ ਪ੍ਰਾਪਤ ਕਰਨੀ ਹੈ, ਪਰਮਾਤਮਾ ਨੂੰ ਮਿਲਣਾ ਹੈ। ਜੇ ਤੁਸੀਂ ਸਿੱਖ ਬਣਨਾ, ਉਹਦੀ ਰਹਿਣੀ ਕੀ ਹੈ, ਕੈਸਾ ਹੋ ਸਕਦੀ ਹੈ ਉਹ ਸ਼ਖਸੀਅਤ ਜਿਹਨੇ ਪਰਮਾਤਮਾ ਨੂੰ ਮਿਲਣਾ ਹੈ, ਜਾਂ ਪਰਮਾਤਮਾ ਨੂੰ ਮਿਲਣ ਦੇ ਲਈ ਕਿਹੜੇ ਸਾਧਨ ਮਨੁੱਖ ਨੂੰ ਅਪਣਾਉਣੇ ਚਾਹੀਦੇ ਨੇ, ਇਹਦੇ ਬਾਰੇ ਗੁਰੂ ਜੀ ਬਿਆਨ ਕਰ ਰਹੇ ਨੇ। ਆਓ ਬੜੇ ਪ੍ਰੇਮ ਸਤਿਕਾਰ ਨਾਲ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਪ੍ਰਭ ਠਾਨੈ। ਹਮੇਸ਼ਾ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋਏ, ਮਹਾਰਾਜ ਅੱਗੇ 5ਵੀਂ 6ਵੀਂ ਨਿਸ਼ਾਨੀ ਦੱਸਦੇ ਨੇ, ਸਿੱਖੀ ਦੀ ਰਹਿਣੀ ਕੀ ਹੈ? ਹਮੇਸ਼ਾ ਪਰਮੇਸ਼ਰ ਦੇ ਭਾਣੇ ਨੂੰ ਮੰਨੇ, ਜੋ ਕੁਝ ਵੀ ਉਹ ਕਰ ਰਿਹਾ ਹੈ ਉਹਨੂੰ ਚੰਗਾ ਸਮਝੇ। ਸਾਧ ਸੰਗਤ, ਮਨੁੱਖ ਨੇ ਆਪਣੇ ਅਨੁਸਾਰ ਸੁੱਖ ਦੀਆਂ ਡੈਫੀਨੇਸ਼ਨਾਂ ਬਣਾਈਆਂ ਹੋਈਆਂ ਨੇ। ਜਿਵੇਂ ਬੈਂਕਾਂ ਵਾਲੇ ਸਲੈਬ ਤਿਆਰ ਰੱਖਦੇ ਨੇ ਨਾ, ਐਵੇਂ ਮਨੁੱਖ ਨੇ ਸਲੈਬਾਂ ਬਣਾਈਆਂ ਹੁੰਦੀਆਂ। ਜੇ ਮੈਨੂੰ ਆਹ ਚੀਜ਼ ਨਾ ਮਿਲੀ ਤੇ ਮੈਂ ਪਰੇਸ਼ਾਨ ਹਾਂ, ਜੇ ਮੈਨੂੰ ਰੱਬ ਆਹ ਨਹੀਂ ਦੇ ਰਿਹਾ ਮੈਂ ਪਰੇਸ਼ਾਨ ਹਾਂ। ਮਨੁੱਖ ਨੇ ਆਪਣੇ ਤੌਰ ਤੇ ਤਿਆਰ ਕੀਤਾ ਹੋਇਆ ਆਪਣਾ ਪਰਫੋਰਮਾ ਆਪ ਹੀ। ਜਦੋਂ ਮਨੁੱਖ ਦੇ ਉਸ ਚੀਜ਼ ਦੇ ਅਨੁਸਾਰ, ਉਹਦੇ ਹੁਕਮ ਦੇ ਅਨੁਸਾਰ ਕੋਈ ਚੀਜ਼ ਨਹੀਂ ਹੁੰਦੀ, ਸਿੱਧੇ ਲਫ਼ਜ਼ਾਂ 'ਚ ਕਹਿ ਲਈਏ, ਜਦੋਂ ਮਨੁੱਖ ਦੀ ਚਾਹਤ ਦੇ ਅਨੁਸਾਰ ਕੁਝ ਨਹੀਂ ਹੁੰਦਾ, ਇਹਨੂੰ ਫਿਰ ਗੁੱਸਾ ਆਉਂਦਾ ਹੈ। ਪਹਿਲੀ ਗੱਲ ਤੇ ਗੁੱਸਾ ਆਉਂਦਾ ਹੈ ਆਪਣੇ ਘਰਦਿਆਂ ਤੇ, ਆਪਣੇ ਨਜ਼ਦੀਕੀਆਂ ਤੇ। ਫਿਰ ਦੂਜੇ ਨੰਬਰ ਤੇ ਗੁੱਸਾ ਆਉਂਦਾ ਉਹਨਾਂ ਤੋਂ ਅੱਗੇ ਪਰਮਾਤਮਾ ਤੇ, ਵੀ ਇਹ ਨਹੀਂ ਮੈਨੂੰ ਦੇ ਰਿਹਾ। ਮਨੁੱਖ ਆਪਣੀ ਬੁੱਧੀ ਦੇ ਅਨੁਸਾਰ ਪਰਮਾਤਮਾ ਨੂੰ ਚਲਾਉਣਾ ਚਾਹੁੰਦਾ ਹੈ, ਏਡਾ ਵੱਡਾ ਬਣਨਾ ਚਾਹੁੰਦਾ ਹੈ। ਇਹ ਪਰਮਾਤਮਾ ਨੂੰ ਕਹਿੰਦਾ, ਪਰਮਾਤਮਾ ਜੋ ਮੈਂ ਕਹਿ ਰਿਹਾ ਬਸ ਤੂੰ ਕਰੀ ਚੱਲ, ਜੋ ਜੋ ਮੈਂ ਤੈਨੂੰ ਕਹਿ ਰਿਹਾ ਮੇਰੇ ਅਨੁਸਾਰ ਚੱਲ। ਪਰ ਗੁਰੂ ਜੀ ਕਹਿੰਦੇ ਨਹੀਂ। ਬਾਣੀ ਕਹਿੰਦੀ, ਮਾਰੈ ਰਾਖੈ ਏਕੋ ਆਪ, ਮਾਨੁ ਕੈ ਕਿਛ ਨਾਹੀ ਹਾਦੇ। ਮਨੁੱਖ ਤੇਰੇ ਹੱਥ ਵਿੱਚ ਹੀ ਕੁਛ ਨਹੀਂ। ਤੂੰ ਇੱਥੇ ਆਇਆ ਹੈ, ਇਹ ਧਰਤੀ ਤੇ ਆਇਆ, ਤੈਨੂੰ ਲਿਆਂਦਾ ਗਿਆ ਹੈ, ਆਇਆ ਨਹੀਂ ਹੈ। ਸਾਧ ਸੰਗਤ, ਆ ਧਰਤੀ ਤੇ ਆਏ, ਇਸ ਸ਼ਹਿਰ ਵਿੱਚ ਜਨਮ ਹੋਇਆ ਹੈ, ਆਪਣੀ ਮਰਜ਼ੀ ਨਾਲ ਨਹੀਂ ਹੋਇਆ, ਦਿੱਤਾ ਗਿਆ ਜਨਮ। ਜਦੋਂ ਜਨਮ ਉਹਦੀ ਮਰਜ਼ੀ ਨਾਲ ਹੋਇਆ ਹੈ, ਫਿਰ ਯਾਦ ਰੱਖਣਾ, ਜੇ ਸਰੀਰ ਮਰਜ਼ੀ ਨਾਲ ਆਇਆ ਹੈ, ਫਿਰ ਜ਼ਿੰਦਗੀ 'ਚ ਹੋਣਾ ਵੀ ਕੁਛ ਵੀ ਮਰਜ਼ੀ ਨਾਲ ਨਹੀਂ। ਇਸ ਕਰਕੇ ਬਾਣੀ ਕਹਿੰਦੀ ਉਹਦੇ ਭਾਣੇ ਵਿੱਚ ਚੱਲ। ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਨਾ ਆ ਰਹੀ, ਫਿਰ ਬੇਨਤੀ ਕਰ ਸਕਦਾ ਤੂੰ ਉਹਦੇ ਅੱਗੇ, ਅਰਦਾਸ ਹੈ। ਜੀ ਕੀ ਬਿਰਤਾ ਹੋਏ ਗੁਰ ਪਹਿ ਅਰਦਾਸ ਕਰ। ਫਿਰ ਪਰਮੇਸ਼ਰ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਹੈ ਤੇ ਸਭ ਕੁਝ ਉਹਦਾ ਭਾਣਾ ਹੀ ਹੈ, ਚੱਲ ਤੇ ਸਭ ਕੁਝ ਉਹਦੇ ਭਾਣੇ ਵਿੱਚ ਹੀ ਰਿਹਾ ਹੈ। ਪਰ ਅਗਰ ਮਨੁੱਖ ਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਫਿਰ ਉਹਦੇ ਵਾਸਤੇ ਪ੍ਰਮਾਤਮਾ ਨੇ ਇੱਕ ਤਰੀਕਾ ਰੱਖਿਆ ਹੋਇਆ। ਉਹ ਤਰੀਕਾ ਹੈ ਬੇਨਤੀ, ਉਹ ਤਰੀਕਾ ਹੈ ਅਰਦਾਸ। ਮਨੁੱਖ ਅਰਦਾਸ ਕਰ ਸਕਦਾ ਹੈ ਪਰਮਾਤਮਾ ਦੇ ਸਨਮੁਖ ਖੜਿਆ ਹੋ ਕੇ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਭਾਣੇ ਵਿੱਚ ਚੱਲ। ਜੋ ਕੁਛ ਉਹ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ। ਹਾਂ, ਮਨੁੱਖ ਦਾ ਇਹ ਹੈ, ਮਨੁੱਖ ਦੀ ਬੁੱਧੀ ਬੜੀ ਛੋਟੀ ਹੈ। ਹੋ ਸਕਦਾ ਹੈ ਜਿਹੜੀ ਚੀਜ਼ ਪ੍ਰਮਾਤਮਾ ਅੱਜ ਨਹੀਂ ਦੇ ਰਿਹਾ, ਕੀ ਪਤਾ ਉਸ ਚੀਜ਼ ਦੇ ਜ਼ਿੰਦਗੀ ਵਿੱਚ ਕਿੰਨੇ ਮਾੜੇ ਰਿਜ਼ਲਟ ਨਿਕਲਣੇ ਸੀ, ਇਹ ਤੇ ਨਹੀਂ ਨਾ ਪਤਾ ਮਨੁੱਖ ਨੂੰ। ਮਨੁੱਖ ਜਾਂ ਤੇ ਅੱਜ ਵਿੱਚ ਬੈਠਾ ਹੈ, ਕੱਲ੍ਹ ਤੇ ਹੀ ਸੋਚ ਸਕਦਾ ਹੈ। ਬਸ ਇੰਨਾ ਕੁ ਸੋਚ ਸਕਦਾ ਵੀ ਇਹ ਚੀਜ਼ ਮੈਨੂੰ ਨਹੀਂ ਮਿਲੀ, ਇਹਦੇ ਨਾਲ ਮੈਨੂੰ ਘਾਟਾ ਕੀ ਪਿਆ, ਜਾਂ ਇਹਨੂੰ ਇੰਨਾ ਪਤਾ ਇਹਦੇ ਨਾਲ ਫਾਇਦਾ ਕੀ ਹੋਏਗਾ। ਪਰ 2-4 ਫਾਇਦੇ ਪਤਾ ਹੋਣਗੇ, ਪੂਰੀ ਜ਼ਿੰਦਗੀ ਇਹਦੇ ਕੀ ਕੀ ਫਾਇਦੇ ਘੱਟ ਰਹਿਣਗੇ ਇਹ ਨਹੀਂ ਪਤਾ। ਕੀ ਕੀ ਇਹਨੂੰ ਮਿਲਣਾ, ਕੀ ਕੀ ਨਹੀਂ ਮਿਲਣਾ, ਇਹ ਨਹੀਂ ਪਤਾ। ਇਸ ਕਰਕੇ ਸਾਧ ਸੰਗਤ, ਮੈਂ ਕਈ ਵਾਰੀ ਇਹ ਸਾਖੀ ਸੁਣਾਈ ਹੈ। ਕਹਿੰਦੇ ਇੱਕ ਰਾਜੇ ਦੀ ਉਂਗਲੀ ਵੱਢੀ ਜਾਂਦੀ ਹੈ। ਰਾਜਾ ਜੰਗ ਜਾਣਾ, ਉਂਗਲ ਉਹਦੀ ਵੱਢੀ ਜਾਂਦੀ ਹੈ। ਉਂਗਲ ਵੱਢਣ ਤੇ ਉਹਦਾ ਜਿਹੜਾ ਵਜ਼ੀਰ ਹੈ ਉਹ ਕਹਿੰਦਾ, ਰਾਜਾ ਜੀ ਜੋ ਹੋਇਆ ਚੰਗਾ ਹੀ ਹੋਇਆ, ਜਾਂ ਰੱਬ ਜੋ ਵੀ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਰਾਜਾ ਕਹਿੰਦਾ ਇਹ ਮਨੁੱਖ ਸਾਡਾ ਸ਼ੁਭ ਚਿੰਤਕ ਨਹੀਂ ਹੈ, ਕਿਉਂਕਿ ਸਾਹਮਣੇ ਸੱਚੀ ਗੱਲ ਸਾਹਮਣੇ ਜਦੋਂ ਕਰਾਂਗੇ, ਝੂਠੇ ਬੰਦੇ ਨੂੰ ਸੱਚਾਈ ਨਹੀਂ ਚੰਗੀ ਲੱਗਦੀ। ਕਹਿੰਦਾ ਭਾਈ ਜੋ ਹੋਇਆ ਚੰਗਾ ਹੋਇਆ ਹੈ। ਰਾਜਾ ਕਹਿੰਦਾ ਇਹਨੂੰ ਜੇਲ੍ਹ ਵਿੱਚ ਬੰਦ ਕਰੋ। ਰਾਜਾ ਵਜ਼ੀਰ ਸਾਡਾ ਹੋਏ ਔਰ ਇਹ ਕਵੇ ਮੇਰੀ ਉਂਗਲ ਵੱਢਣ ਤੇ ਜੋ ਰੱਬ ਕਰਦਾ ਚੰਗਾ ਹੀ ਕਰਦਾ, ਇਹ ਚੰਗਾ ਬੰਦਾ ਨਹੀਂ ਹੈ। ਇਹਨੂੰ ਤੇ ਸ਼ੋਕ ਮਨਾਉਣਾ ਚਾਹੀਦਾ ਹੈ। ਸਾਡੇ ਨਾਲ ਰਹਿੰਦਾ, ਇਹ ਤੇ ਸ਼ੋਕ ਮਨਾਏ, ਇਹ ਤੇ ਰੋਣਾ ਚਾਹੀਦਾ ਸੀ ਇਹਨੂੰ ਵੀ ਰਾਜਾ ਸਾਹਿਬ ਹੋ ਕੀ ਗਿਆ, ਬੜਾ ਮਾੜਾ ਹੋਇਆ। ਕਹਿਣਾ ਤੇ ਇਵੇਂ ਸੀ। ਅਸਲ 'ਚ ਮਨੁੱਖ ਦੇ ਹੀ ਸੁਭਾਅ ਵੀ ਇਹੀ ਹੈ। ਮਨੁੱਖ ਦੇ ਨਾਲ ਜਦੋਂ ਕੋਈ ਘਟਨਾ ਵਾਪਰਦੀ ਹੈ, ਕੋਈ ਅੱਜ ਤੇ ਨਹੀਂ ਆ ਕੇ ਜਾ ਕੇ ਕਹਿੰਦਾ, ਪਤਾ ਸਭ ਨੂੰ ਹੈ ਵੀ ਚਲੋ ਜੋ ਰੱਬ ਦਾ ਭਾਣਾ ਹੈ। ਜੇ ਕਿਸੇ ਨੂੰ ਜਾਵਾਂਗੇ ਨਾ, ਪਹਿਲਾਂ ਮਨੁੱਖ ਕਹਿੰਦਾ ਚਲੋ ਜੋ ਹੋਇਆ ਮਾੜਾ ਹੋਇਆ, ਫਿਰ ਦੂਜੀ ਵਾਰੀ ਕਹਿੰਦਾ ਚਲੋ ਰੱਬ ਦਾ ਭਾਣਾ ਹੈ। ਪਹਿਲੇ ਵਾਰੀ ਨਹੀਂ ਕਹਿੰਦਾ ਰੱਬ ਦਾ ਭਾਣਾ ਹੈ, ਇਹ ਨਹੀਂ ਕਹੇਗਾ। ਰਾਜਾ ਥੋੜੇ ਦਿਨਾਂ ਬਾਅਦ ਸ਼ਿਕਾਰ ਖੇਡਣ ਦੇ ਜੰਗਲ ਵਿੱਚ ਜਾਂਦਾ ਹੈ।
ਜੰਗਲ ਵਿੱਚ ਜਾਂਦਿਆਂ ਭੀਲ ਜਾਤੀ ਦੇ ਲੋਕ ਰਾਜੇ ਨੂੰ ਫੜ ਕੇ ਲੈ ਜਾਂਦੇ ਨੇ, ਉਹਦੀ ਬਲੀ ਦੇਣ ਲੱਗਦੇ ਨੇ। ਭੀਲ ਜਾਤੀਆਂ ਦਾ ਜਿਹੜਾ ਵੱਡਾ ਪ੍ਰਧਾਨ ਹੈ, ਉਹਨਾਂ ਦਾ ਸਰਦਾਰ ਹੈ, ਉਹ ਕਹਿੰਦਾ ਭਾਈ ਇਹਦੀਆਂ ਸਾਰੇ ਅੰਗ ਚੈੱਕ ਕਰੋ। ਅੰਗ ਚੈੱਕ ਕੀਤੇ ਜਾਂਦੇ ਨੇ, ਕਹਿੰਦੇ ਇਹਦੇ ਇੱਕ ਉਂਗਲ ਨਹੀਂ ਹੈ, ਉਂਗਲ ਵੱਢੀ ਹੋਈ ਹੈ। ਕਹਿੰਦੇ ਫਿਰ ਇਹ ਸਾਡੇ ਕਿਸੇ ਕੰਮ ਦਾ ਨਹੀਂ, ਅਸੀਂ ਇਹਦੀ ਬਲੀ ਨਹੀਂ ਦੇ ਸਕਦੇ। ਕਿਉਂ? ਜਿਹਦਾ ਇੱਕ ਵੀ ਅੰਗ ਵੱਢਿਆ ਹੋਏ ਉਹਦੀ ਬਲੀ ਪ੍ਰਵਾਨ ਨਹੀਂ ਹੋਣੀ, ਇਹਨੂੰ ਛੱਡ ਦਿਓ। ਰਾਜਾ ਆ ਕੇ ਆਪਣੇ ਮਹੱਲਾਂ ਵਿੱਚ ਆਇਆ, ਕਹਿੰਦੇ ਵਜ਼ੀਰ ਨੂੰ ਕੈਦ ਚੋਂ ਮੁਕਤ ਕਰ ਦਿਓ। ਕਹਿੰਦੇ ਕਿਉਂ? ਕਹਿੰਦੇ ਇਹ ਠੀਕ ਹੀ ਕਹਿੰਦਾ ਹੈ, ਜੋ ਰੱਬ ਕਰਦਾ ਹੈ ਚੰਗਾ ਹੀ ਕਰਦਾ ਹੈ। ਮੇਰੀ ਉਂਗਲ ਵੱਢੀ ਗਈ, ਮੈਂ ਬਚ ਗਿਆ, ਨਹੀਂ ਅੱਜ ਮੇਰੀ ਗਰਦਨ ਵੱਢੀ ਜਾਣੀ ਸੀ। ਜੋ ਹੋਇਆ ਚੰਗਾ, ਨਹੀਂ ਅੱਜ ਉਹਨਾਂ ਬਲੀ ਦੇ ਦੇਣੀ ਸੀ, ਕਲਮ ਕਰ ਦੇਣਾ ਸੀ। ਇਸ ਕਰਕੇ ਪ੍ਰਮਾਤਮਾ ਜੋ ਕੁਝ ਵੀ ਕਰ ਰਿਹਾ ਹੈ, ਤਾਂ ਹੀ ਨਾ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਸਬਰ ਰੱਖ, ਸੰਤੋਖ ਰੱਖ, ਚੰਗੇ ਦਿਨ ਆਉਣਗੇ। ਜੇ ਆ ਨਹੀਂ ਨਾ ਰਹੇ, ਮਾੜੇ ਨਹੀਂ ਰਹੇ, ਫਿਰ ਚੰਗੇ ਵੀ ਨਹੀਂ ਰਹਿਣੇ। ਜੇ ਚੰਗੇ ਨਹੀਂ ਰਹੇ, ਫਿਰ ਮਾੜੇ ਵੀ ਨਹੀਂ ਰਹਿਣੇ। ਇਹ ਤੇ ਜ਼ਿੰਦਗੀ ਹੈ। ਜੋ ਅੱਜ ਮਾੜਾ ਚੱਲ ਰਿਹਾ ਹੈ, ਇਹ ਸਦਾ ਮਾੜਾ ਨਹੀਂ ਰਿਹਾ। ਜਿਨ੍ਹਾਂ ਦੇ ਸਰੀਰ ਅੱਜ ਬਿਮਾਰ ਨੇ, ਕਿ ਸਦਾ ਹੀ ਬਿਮਾਰ ਸਨ? ਨਹੀਂ, ਠੀਕ ਵੀ ਰਹੇ ਨੇ। ਜੇ ਅੱਜ ਬਿਮਾਰੀ ਆ ਗਈ ਹੈ, ਕੱਲ੍ਹ ਨੂੰ ਠੀਕ ਵੀ ਹੋਣਗੇ। ਬਸ ਮਨੁੱਖ ਇੱਕ ਕੰਮ ਕਰੇ, ਭਾਵੇਂ ਸੁੱਖ ਹੋਏ ਭਾਵੇਂ ਦੁੱਖ ਹੋਏ, ਪਰਮਾਤਮਾ ਅੱਗੇ ਬੇਨਤੀ ਕਰਨੀ ਨਾ ਛੱਡੇ। ਮਨੁੱਖ ਜਦੋਂ ਪਰਮਾਤਮਾ ਨੂੰ ਭੁੱਲਦਾ ਹੈ, ਉਹਦੀ ਬੰਦਗੀ ਨੂੰ ਛੱਡ ਬੈਠਦਾ ਹੈ, ਫਿਰ ਘਿਰਦਾ ਉਹ ਦੁੱਖਾਂ ਦੇ ਵਿੱਚ। ਦੁੱਖ ਦਾ ਮਤਲਬ ਇਹ ਨਹੀਂ ਇਕੱਲਾ ਪੈਸੇ ਦਾ ਚਲੇ ਜਾਣਾ, ਨਹੀਂ ਸਾਧ ਸੰਗਤ। ਮਾਨਸਿਕ ਤੌਰ ਤੇ ਪਰੇਸ਼ਾਨੀ ਵਿੱਚ ਰਹਿਣਾ, ਡਰ ਵਿੱਚ ਰਹਿਣਾ, ਭਰਮ ਵਿੱਚ ਰਹਿਣਾ। ਕੋਈ ਮਾਇਆ ਦਾ ਚਲਾ ਜਾਣਾ ਦੁੱਖ ਨਹੀਂ ਹੁੰਦਾ। ਮਾਇਆ ਬੜੇ ਲੋਕਾਂ ਕੋਲ ਹੈ, ਪਰ ਬਾਣੀ ਕਹਿੰਦੀ ਜੇ ਮਾਇਆ ਸੁਖੀ ਕਰ ਦਿੰਦੀ ਹੁੰਦੀ, ਸਿਕੰਦਰ ਵਰਗੇ ਤੇ ਬੜੇ ਖੁਸ਼ ਹੋਣੇ ਸੀ। ਸਾਰੇ ਦੇਸ਼ ਦਾ ਰਾਜ ਸਿਕੰਦਰ ਕੋਲ ਸੀ, ਪਰ ਸਿਕੰਦਰ ਜਾਂਦਿਆਂ ਵੀ ਆਪਣੇ ਹੱਥ ਬਾਹਰ ਕਢਾ ਕੇ ਗਿਆ, ਭਾਈ ਮੇਰੇ ਚੱਕਰ ਵਿੱਚ ਨਾ ਪੈ ਜਾਣਾ। ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਮੈਂ ਵੇਖ ਲਿਆ, ਪਰ ਰੱਬ ਦੇ ਨਾਂ ਵਿੱਚ ਜੋ ਆਨੰਦ ਹੈ ਦੌਲਤ ਵਿੱਚ ਨਹੀਂ ਹੈ। ਮੈਂ ਬੜੀ ਵਾਰੀ ਸਾਧ ਸੰਗਤ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ ਹੈ, ਮਾਇਆ ਸਿਰਫ ਇੱਕ ਸਾਧਨ ਹੈ ਸਰੀਰ ਨੂੰ ਪਾਲਣ ਦਾ। ਮਾਇਆ ਜ਼ਿੰਦਗੀ ਨਹੀਂ ਹੈ। ਜ਼ਿੰਦਗੀ ਦੇ ਵਿੱਚ ਮਾਇਆ ਕਮਾ ਲੈਣੀ, ਵੱਧ ਤੋਂ ਵੱਧ ਕਮਾਉਣੀ, ਇਹ ਜ਼ਿੰਦਗੀ ਦਾ ਨਿਸ਼ਾਨਾ ਨਹੀਂ ਹੈ। ਜ਼ਿੰਦਗੀ ਦੇ ਵਿੱਚ ਮਾਇਆ ਕਮਾਉਣੀ ਹੈ, ਪਰਿਵਾਰ ਸਹੀ ਚੱਲ ਸਕੇ। ਜ਼ਿੰਦਗੀ ਦੇ ਵਿੱਚ ਇੰਨੀ ਮਾਇਆ ਕਮਾਉਣੀ ਹੈ, ਸਰੀਰ ਤੋਂ ਬਚਾਅ ਹੋ ਸਕੇ, ਸਰੀਰ ਪਲ ਸਕੇ। ਇਸ ਤੋਂ ਅੱਗੇ ਫਿਰ ਜੇ ਮਨੁੱਖ ਮੱਲਾਂ ਮਾਰਨ ਤੇ ਚੱਲ ਪਏ, ਫਿਰ ਤੇ ਸਾਧ ਸੰਗਤ ਪਹਿਲਾਂ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਹੈ, ਫਿਰ ਇਹ ਰੁਕਦੀ ਨਹੀਂ ਹੈ। ਇਹ ਤੇ ਤ੍ਰਿਸ਼ਨਾ ਦਾ ਜਿਹੜਾ ਘੜਾ ਹੈ, ਇਹ ਕਦੀ ਨਹੀਂ ਭਰਿਆ ਜਾਂਦਾ। ਕਿਉਂ? ਇਹਦਾ ਥੱਲਾ ਨਹੀਂ ਹੁੰਦਾ। ਇਸ ਕਰਕੇ ਪਰ ਮਹਾਰਾਜ ਕਹਿੰਦੇ ਨੇ, ਇੱਕ ਮਨੁੱਖ ਦਾ ਇਹ ਵੀ ਹੈ, ਜੇ ਉਹਨੇ ਸਿੱਖ ਬਣਨਾ ਹੈ, ਜਿਹਨੇ ਪਰਮਾਤਮਾ ਦੇ ਨਾਲ ਮਿਲਣਾ ਹੈ, ਜ਼ਿੰਦਗੀ ਵਿੱਚ ਜੋ ਪਰਮਾਤਮਾ ਕਰ ਰਿਹਾ ਹੈ ਉਸ ਨੂੰ ਭਾਣੇ ਨੂੰ ਮਿੱਠਾ ਕਰਕੇ ਮੰਨੇ। ਕਿਉਂ? ਕਿਉਂਕਿ ਇਹ ਮੰਨ ਲਵੇ ਮੇਰੀ ਬੁੱਧੀ ਛੋਟੀ ਹੈ, ਜੋ ਪਰਮਾਤਮਾ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ, ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਜਿਵੇਂ ਇੱਕ ਬੱਚਾ ਹੈ, ਆਪਣੇ ਪਿਤਾ ਤੋਂ 10 ਸਾਲ ਦੀ ਉਮਰ ਦੇ ਵਿੱਚ ਮੋਟਰਸਾਈਕਲ ਦੀ ਮੰਗ ਕਰੇ। ਪਿਤਾ ਨੂੰ ਪਤਾ ਹੈ ਮੋਟਰਸਾਈਕਲ ਨਹੀਂ ਇਹਨੂੰ ਦੇਣੀ। ਕਿਉਂ? ਜੇ ਹੁਣ ਦੇ ਦਿੱਤੀ ਇਹ ਐਕਸੀਡੈਂਟ ਕਿਤੇ ਕਰ ਸਕਦਾ ਹੈ। ਬੱਚਾ ਰੋਂਦਾ ਹੈ, ਬੜੀ ਵਾਰੀ ਰੋਂਦਾ ਹੈ, ਪਰ ਪਿਤਾ ਉਹਨੂੰ ਪਿਆਰ ਕਰਦਾ, ਨਹੀਂ ਲੈ ਕੇ ਦਿੰਦਾ। ਪਤਾ ਹੈ ਇਹ ਅਣਜਾਣ ਹੈ, ਅਣਜਾਣ ਪੜੇ 'ਚ ਕੁਝ ਗਵਾ ਲੇਗਾ। ਹੁਣ ਉਦੋਂ ਬੱਚਾ ਰੋਂਦਾ ਵੀ ਹੈ ਤੇ ਆਪਣੇ ਮਾਂ-ਬਾਪ ਨੂੰ ਮਾੜਾ ਵੀ ਕਹਿੰਦਾ ਹੈ, ਤੇ ਕੀਮਤਾਂ 20-25 ਸਾਲ ਕਹਿੰਦਾ ਹੀ ਰਹੇ। ਜਦੋਂ 25-30 ਸਾਲ ਦਾ ਹੋਏਗਾ, ਸਮਝ ਆਏਗੀ, ਫਿਰ ਕਹੇਗਾ ਤੁਸੀਂ ਉਦੋਂ ਸਾਈਕਲ ਨਹੀਂ ਨਾ ਲੈ ਕੇ ਦਿੱਤੀ, ਠੀਕ ਕੀਤਾ, ਨਹੀਂ ਅੱਜ ਮੈਂ ਪੜ੍ਹਨਾ ਨਹੀਂ ਸੀ। ਉਦੋਂ ਕਹਿੰਦਾ ਜਦੋਂ ਸਮਝ ਆਏਗੀ। ਸਾਧ ਸੰਗਤ ਇਵੇਂ ਕਈ ਵਾਰੀ ਪਰਮਾਤਮਾ ਸਾਡੇ ਮਨੋਰਥ ਨਹੀਂ ਪੂਰੇ ਕਰਦਾ, ਫਿਰ 5-7 ਸਾਲ ਬਾਅਦ ਸਮਝ ਆਉਂਦੀ ਹੈ ਵੀ ਜਿਹੜੀ ਚੀਜ਼ ਮੈਂ ਉਦੋਂ ਮੰਗ ਰਿਹਾ ਸੀ ਨਾ, ਜੇ ਕਿਤੇ ਮਿਲ ਜਾਂਦੀ ਮੈਂ ਇੱਥੇ ਨਹੀਂ ਸੀ ਹੋਣਾ। ਜਿਹੜੀ ਅਵਸਥਾ ਤੇ ਅੱਜ ਬੈਠਾ ਇੱਥੇ ਨਹੀਂ ਸੀ ਹੋਣਾ। ਇਹ ਹਰੇਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੀ ਵਾਪਰਦਾ ਹੈ। ਆਚੋ ਕਰਮ ਦਿਖਾਏ ਨਾ ਚਾਹੈ, ਲਾਭ ਘਟੈ ਪਾਖੰਡ ਇਸ ਮਾਹੈ। ਹਮੇਸ਼ਾ ਮਨੁੱਖ ਜਿਹੜਾ ਹੈ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਰਹੇ, ਉਹਦੇ ਅੱਗੇ ਅਰਦਾਸ ਕਰਦਾ ਰਹੇ। ਆਚੋ ਜਾਨ ਮੁਕਤ ਚਿਤ ਰਹੈ, ਤਨ ਹੰਤਾ ਕੋ ਨਿਤ ਪ੍ਰਤ ਦਹੈ। ਹਮੇਸ਼ਾ ਪ੍ਰਸੰਨ ਚਿੱਤ ਰਵੇ, ਪਰਮਾਤਮਾ ਦੇ ਭਾਣੇ ਨੂੰ ਮੰਨੇ,
ਅਤੇ ਜਿਹੜਾ ਸਰੀਰ ਦਾ ਹੰਕਾਰ ਹੈ, ਆਪਣੇ ਸਰੀਰ ਦੇ ਬਲ ਦਾ ਹੰਕਾਰ, ਇਸ ਨੂੰ ਹਮੇਸ਼ਾ ਆਪਣੇ ਤੋਂ ਦੂਰ ਹੀ ਰੱਖੇ। ਕਾਮ ਨ ਕ੍ਰੋਧ ਨ ਲੋਭ ਨ ਧਾਰੈ, ਜਥਾ ਲਾਭ ਸੰਤੁਸ਼ਟ ਵਿਚਾਰੈ। ਮਹਾਰਾਜ ਕਹਿੰਦੇ ਨਾ ਕਾਮ ਆਏ ਕ੍ਰੋਧ, ਨਾ ਕ੍ਰੋਧ ਕੋਲ ਆਏ, ਨਾ ਕਾਮ ਆਏ, ਨਾ ਲੋਭ ਆਏ। ਬਸ ਉਨਾ ਕੁ ਲੋਭ ਠੀਕ ਹੈ ਜਿਹਦੇ ਨਾਲ ਇਹਦੀ ਜ਼ਿੰਦਗੀ ਚੱਲ ਸਕੇ, ਕਿਉਂਕਿ ਸਾਧ ਸੰਗਤ ਲੋਭ ਤੋਂ ਬਿਨਾਂ ਜ਼ਿੰਦਗੀ ਨਹੀਂ ਨਾ ਚੱਲਦੀ। ਉਨਾ ਕੁ ਠੀਕ ਹੈ, ਉਨਾ ਕੁ ਕੰਮ ਕਰਨਾ ਠੀਕ ਹੈ, ਉਨਾ ਕੁ ਵਿਚਾਰ ਕਰਨੀ ਵੀ ਠੀਕ ਹੈ ਜਿੰਨੇ ਕੁ ਨਾਲ ਜ਼ਿੰਦਗੀ ਚੱਲ ਜਾਏ। ਪਰ ਸਾਧ ਸੰਗਤ ਯਾਦ ਰੱਖਣਾ, ਲੋਭ ਐਸੀ ਚੀਜ਼ ਹੈ। ਇੱਕ ਆਪਾਂ ਕੁੱਕਰ ਵੇਖਦੇ ਹਾਂ, ਗੁਰਬਾਣੀ ਵਿੱਚ ਨਾ ਦੋਵੇਂ ਉਦਾਹਰਣ ਆਉਂਦੇ ਨੇ। ਮਹਾਰਾਜ ਇੱਕ ਤੇ ਇਹ ਕਹਿੰਦੇ ਨੇ, ਕਹਿੰਦੇ ਜਦੋਂ ਤਾਈਂ ਕੁੱਕਰ ਦਿੰਦਾ ਹੈ ਆਪਣੇ ਮਾਲਕ ਦੇ ਹੁਕਮ ਵਿੱਚ ਚੱਲਦਾ ਹੈ ਠੀਕ ਰਹਿੰਦਾ ਹੈ, ਪਰ ਯਾਦ ਨਾ ਜਦੋਂ ਕੁੱਕਰ ਜਿਹੜਾ ਹੈ ਲੋਭੀ ਹੋ ਜਾਂਦਾ ਹੈ ਫਿਰ ਉਹ ਆਪਣੇ ਮਾਲਕ ਨੂੰ ਹੀ ਵੱਢਣ ਲੱਗ ਜਾਂਦਾ ਹੈ। ਬਾਣੀ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਹੈ, ਕਹਿੰਦੇ ਜੇ ਮਨੁੱਖ ਤੂੰ ਪਰਮਾਤਮਾ ਨੂੰ ਧਿਆਉਣਾ ਇਵੇਂ ਧਿਆ, ਇੰਨਾ ਸੰਤੋਖੀ ਰਹਿ, ਇੰਨਾ ਅਡੋਲ ਚਿੱਤ ਰਹਿ ਜਿਵੇਂ ਇੱਕ ਕੁੱਕਰ ਰਹਿੰਦਾ, ਕੁੱਤਾ ਰਹਿੰਦਾ ਹੈ। ਜਿਵੇਂ ਸੁਆਮੀ ਦੇ ਗ੍ਰਹਿ ਤੇ ਸਵਾਨ ਸਦਾ ਹੀ ਰਹਿੰਦਾ ਹੈ, ਉਹਨੂੰ ਭਾਵੇਂ ਸੁਆਮੀ ਡੰਡਾ ਮਾਰੇ, ਭਾਵੇਂ ਰੋਟੀ ਦਵੇ, ਭਾਵੇਂ ਨਾ ਦਵੇ, ਪਰ ਹਮੇਸ਼ਾ ਅਡੋਲ ਰਹਿੰਦਾ ਹੈ। ਆਪਣਾ ਦਰਵਾਜ਼ਾ ਵੀ ਬੰਦ ਕਰ ਲਏਗਾ, ਦਰਵਾਜ਼ੇ ਦੇ ਬਾਹਰ ਹੀ ਬੈਠਾ ਰਹਿੰਦਾ ਹੈ, ਇੰਨਾ ਅਡੋਲ ਚਿੱਤ ਰਹਿੰਦਾ ਹੈ। ਪਰ ਜੇ ਕਿਤੇ ਉਹੀ ਕੁੱਤਾ, ਉਹ ਕੂਕਰ ਹਰਕਾਇਆ ਹੋ ਜਾਏ, ਲੋਭੀ ਹੋ ਜਾਏ, ਕਹਿੰਦੇ ਯਾਦ ਰੱਖਣਾ ਉਹ ਆਪਣੇ ਮਾਲਕ ਨੂੰ ਹੀ ਵੱਢ ਲੈਂਦਾ ਹੈ। ਜਿਉਂ ਕੂਕਰ ਹਰਕਾਇਆ ਧਾਵੈ ਦਹ ਦਿਸ ਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਫਿਰ ਉਹ ਲੋਭੀ ਜੰਤ ਆਪਣੇ ਮਾਲਕ ਨੂੰ ਵੀ ਨਹੀਂ ਵਹਿੰਦਾ, ਆਪਣੇ ਮਾਲਕ ਨੂੰ ਹੀ ਵੱਢ ਲੈਂਦਾ ਹੈ। ਸਾਧ ਸੰਗਤ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਦੋਂ ਤਾਈਂ ਤੇ ਲੋਭ ਇੱਕ ਵਿਚਾਰ ਦੇ ਅਧੀਨ ਥੋੜਾ ਹੈ ਠੀਕ ਹੈ, ਜਦੋਂ ਲੋਭ ਵੱਧ ਜਾਂਦਾ ਹੈ ਮਨੁੱਖ ਆਪਣੇ ਰਿਸ਼ਤੇਦਾਰਾਂ ਨੂੰ ਹੀ ਖਾ ਜਾਂਦਾ ਹੈ, ਭੈਣਾਂ ਭਰਾਵਾਂ ਦੀਆਂ ਜ਼ਮੀਨਾਂ ਹੜੱਪ ਜਾਂਦਾ ਹੈ। ਯਾਦ ਰੱਖਣਾ ਰੱਬ ਦੇ ਦਰਬਾਰ ਵੀ ਨਹੀਂ ਛੱਡਦਾ, ਉਹਨਾਂ ਦੀਆਂ ਵੀ ਜ਼ਮੀਨਾਂ ਖਾ ਜਾਂਦਾ ਹੈ। ਫਿਰ ਜਦੋਂ ਵਧਿਆ ਲੋਭ ਫਿਰ ਨਹੀਂ ਛੱਡਦਾ ਕਿਸੇ ਨੂੰ। ਇਸ ਕਰਕੇ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ ਯਥਾ ਯੋਗ ਤੇ ਠੀਕ ਹੈ ਮਨੁੱਖਾ, ਇਹ ਗੱਲ ਯਾਦ ਰੱਖੀ, ਸਿਰਫ ਇੰਨਾ ਕੁ ਰੱਖ ਆਪਣੇ ਅੰਦਰ ਲੋਭ, ਤੇਰੀ ਜ਼ਿੰਦਗੀ ਚੱਲ ਸਕੇ। ਇੰਨਾ ਨਾ ਕਰੀ ਕਿਤੇ ਜ਼ਿੰਦਗੀ ਦੇ ਵਿੱਚ ਤੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਆਠੋ ਕਰਮ ਦਿਖਾਏ ਨਾ ਚਾਹੈ, ਲੋਭ ਘਟੈ ਪਾਖੰਡ ਇਸ ਮਾਹੈ। ਇੱਕ ਜਿਹੜੇ ਚੰਗੇ ਕਰਮ ਕਰੇ ਉਹਨੂੰ ਦਿਖਾਏ ਨਾ। ਮਨੁੱਖ ਕਈ ਵਾਰੀ ਕਰਦਾ, ਜਿਹੜਾ ਚੰਗਾ ਕਰਮ ਕਰੇਗਾ ਆਪਣੇ ਮੂੰਹੋਂ ਦੱਸੀ ਜਾਏਗਾ ਮੈਂ ਆਹ ਕੀਤਾ, ਕਹਿੰਦੇ ਉਹ ਦੱਸੇ ਨਾ। ਜੇ ਦੱਸੇਗਾ ਉਹਦੇ ਨਾਲ ਫਿਰ ਕੀ ਹੋਏਗਾ, ਜਿੰਨਾ ਉਹਨੂੰ ਲਾਭ ਮਿਲਣਾ ਹੈ ਨਾ ਚੰਗੇ ਕਰਮ ਦਾ, ਉਹ ਘਟ ਜਾਂਦਾ ਹੈ। ਕਦੇ ਵੀ ਚੰਗਾ ਕਰਮ ਕਰਕੇ ਉਹਦਾ ਪ੍ਰਦਰਸ਼ਨ ਨਾ ਕਰੇ। ਪਰ ਮਨੁੱਖ ਐਸਾ ਨਹੀਂ ਹੈ। ਬਾਣੀ ਕਹਿੰਦੀ ਹੈ ਤੀਰਥਾਂ ਵੀ ਜਾਂਦਾ ਹੈ, ਦਇਆ ਵੀ ਕਰਦਾ ਹੈ, ਦਾਨ ਵੀ ਕਰਦਾ ਹੈ, ਫਿਰ ਪ੍ਰਦਰਸ਼ਨ ਵੀ ਕਰਦਾ ਹੈ। ਜਿਵੇਂ ਪ੍ਰਦਰਸ਼ਨ ਕਰੇਗਾ ਜੋ ਵੀ ਇਹਨੂੰ ਲਾਭ ਮਿਲਣਾ ਹੈ ਉਹ ਘਟ ਜਾਂਦਾ ਹੈ। ਨਾਮ ਦਾਨ ਇਸਨਾਨ ਨਾ ਤਿਆਗੈ, ਨਿਤ ਪ੍ਰਤ ਇਨਹੀ ਸੋ ਅਨੁਰਾਗ ਹੈ। ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਨਾ ਦਾਨ ਛੱਡੇ, ਨਾ ਨਾਮ ਛੱਡੇ ਤੇ ਨਾ ਇਸ਼ਨਾਨ ਛੱਡੇ। ਤਿੰਨੇ ਚੀਜ਼ਾਂ ਨੂੰ ਪੱਕਾ ਰੱਖਣਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਜਦੋਂ ਸਤਜੁਗ ਸੀ ਨਾ, ਕਹਿੰਦੇ ਧਰਮ ਦੇ 4 ਪੈਰ ਸਨ। ਕਿਹੜੇ ਕਿਹੜੇ? ਸਤ ਸੀ, ਜਪ ਸੀ, ਤਪ ਸੀ ਤੇ ਦਾਨ ਸੀ। ਦੁਆਪਰ ਚੜਿਆ 3 ਪੈਰ ਰਹਿ ਗਏ, ਜਪ ਰਹਿ ਗਿਆ, ਤਪ ਰਹਿ ਗਿਆ, ਜਪ ਘਟ ਗਿਆ, ਤਪ ਰਹਿ ਗਿਆ ਤੇ ਦਾਨ ਰਹਿ ਗਿਆ। ਤ੍ਰੇਤਾ ਆਇਆ, ਤ੍ਰੇਤੇ ਵਿੱਚ ਆਉਂਦਿਆਂ ਵੀ ਕਹਿੰਦੇ ਤਪ ਵੀ ਚਲਾ ਗਿਆ। ਕਲਯੁਗ ਦੇ ਵਿੱਚ ਕੱਲਾ ਦਾਨ ਰਹਿ ਗਿਆ ਬਸ। ਹੁਣ ਵੇਖਿਓ ਦਾਨ ਸਾਰੇ ਕਰ ਲੈਂਦੇ ਨੇ, ਜਪ ਕੋਈ ਕੋਈ ਕਰਦਾ ਹੈ, ਤਪ ਵੀ ਕੋਈ ਕੋਈ ਕਰਦਾ ਹੈ, ਤੇ ਸੱਤ ਤੇ ਕਿਸੇ ਵਿਰਲੇ ਕੋਲ ਹੀ ਹੈ, ਸਚਾਈ ਕਿਸੇ ਵਿਰਲੇ ਕੋਲ ਹੀ ਹੈ। ਹਰੇਕ ਮਨੁੱਖ ਕੋਲ ਸਚਾਈ ਨਹੀਂ ਹੈ। ਕਲਯੁਗ ਦੇ ਵਿੱਚ 3 ਪੈਰ ਧਰਮ ਦੇ, ਧਰਮ ਵੈਸੇ 4 ਪੈਰਾਂ ਤੇ ਖਲੋਤਾ ਹੁੰਦਾ ਹੈ। ਸੱਤ ਤੇ ਖਲੋਂਦਾ ਹੁੰਦਾ ਹੈ, ਜਪ ਤੇ ਤਪ ਤੇ ਦਾਨ ਤੇ। ਪਰ ਕਲਯੁਗ ਦੇ ਵਿੱਚ ਸਿਰਫ 1 ਪੈਰ ਹੈ, ਦਾਨ। ਔਰ ਸਾਧ ਸੰਗਤ ਜਪ ਤੋਂ ਵਹੀਣਾ ਦਾਨ ਵੀ ਮਨੁੱਖ ਨੂੰ ਨੁਕਸਾਨ ਕਰ ਜਾਂਦਾ ਹੈ। ਜੇ ਜਪ ਨਹੀਂ ਨਾ ਹੈ ਫਿਰ ਮਨੁੱਖ ਦਾਨ ਦਾ ਵੀ ਪ੍ਰਦਰਸ਼ਨ ਕਰਦਾ ਹੈ, ਮੈਂ ਦਾਨੀ ਹਾਂ।
ਤਪ ਤੋਂ ਬਿਨਾ ਦਾਨ ਵੀ ਕਿਸੇ ਕੰਮ ਦਾ ਨਹੀਂ। ਤਾਈ ਕਰਕੇ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਇਕੱਲੇ ਦਾਨ ਨਾਲ ਵੀ ਕੁਝ ਨਹੀਂ ਹੋਣਾ। ਕਿਉਂ? ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਦਾਨ ਕਰੇਗਾ, ਦਾਨ ਕਰਕੇ ਆਪਣੇ ਅੰਦਰ ਹੰਕਾਰ ਲਿਆਉਂਦਾ ਮੈਂ ਕੀਤਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ 3 ਚੀਜ਼ਾਂ ਕਦੇ ਨਾ ਛੱਡੇ। ਨਾਮ ਜਪਣਾ ਨਾ ਛੱਡੇ, ਯਥਾ ਯੋਗ ਦਾਨ ਵੀ ਕਰਦਾ ਰਹੇ। ਜਿੰਨੀ ਕਿਹਦੇ ਕੋਲ ਪੂੰਜੀ ਹੈ ਉਸ ਹਿਸਾਬ ਨਾਲ ਦਾਨ ਵੀ ਜ਼ਰੂਰ ਰੱਖੇ, ਤੇ ਦਾਨ ਵੀ ਸ੍ਰੇਸ਼ਟ ਪੁਰਸ਼ਾਂ ਨੂੰ ਦਵੇ। ਐਵੇਂ ਨਹੀਂ ਹੈ ਜਿਹੜਾ ਅਧਿਕਾਰੀ ਹੈ ਉਹਨੂੰ ਦਾਨ ਦਵੇ, ਐਵੇਂ ਨਹੀਂ ਜਿਹੜਾ ਆਉਂਦਾ ਉਹਨੂੰ ਹੀ ਦਾਨ ਫੜਾਈ ਜਾਏ, ਨਹੀਂ। ਕਹਿੰਦੇ ਜਿਹੜੇ ਸਤਿਪੁਰਸ਼ ਨੇ ਉਹਨਾਂ ਨੂੰ ਦਿੱਤਾ ਦਾਨ ਮਨੁੱਖ ਦਾ ਫਲਦਾ ਹੈ। ਐਵੇਂ ਦੇ ਦਾਨ ਮਨੁੱਖ ਉਹਨਾਂ ਨੂੰ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਵਿਆਹਾਂ ਦੇ ਵਿੱਚ ਨਾ ਸਾਧ ਸੰਗਤ, ਕਦੀ ਵੇਖਣਾ ਜਿਹੜੇ ਨੱਚਣ ਵਾਲੇ ਆਉਂਦੇ ਨੇ ਅੱਜ ਕੱਲ੍ਹ 1,00,000 2 ਲੱਖ ਰੁਪਇਆ ਉਹ ਲੈਂਦੇ ਨੇ। ਹੈ ਤੇ ਅਸਲ ਦੇ ਵਿੱਚ ਇਹ ਵੀ ਦਾਨ ਹੈ, ਕਿਉਂਕਿ ਉਹਨਾਂ ਦਾ ਵੀ ਘਰ ਇੱਥੋਂ ਚੱਲਣਾ ਹੈ। ਮਨੁੱਖ ਦਾਨ ਤੇ ਕਰ ਰਿਹਾ, 1,00,000 2 ਲੱਖ ਰੁਪਇਆ ਉਹਨਾਂ ਨੂੰ ਦੇ ਤੇ ਰਿਹਾ, ਪਰ ਉਹ ਦਾਨ ਨਾਲ ਉਹਨੂੰ ਮਿਲਣਾ ਕੱਖ ਨਹੀਂ। ਕਿਉਂ? ਉਹ ਦਾਨ ਜਿਹੜਾ ਗਲਤ ਕਰਮ 'ਚ ਦੇ ਰਿਹਾ। ਥੋੜਾ ਬਹੁਤਾ ਤੇ ਲੱਗੇਗਾ ਕਿਉਂਕਿ ਉਹਨਾਂ ਦਾ ਪਰਿਵਾਰ ਪਲਦਾ, ਨੱਚਣ ਵਾਲਿਆਂ ਦਾ, ਉਹਨਾਂ ਦੇ ਵੀ ਪਰਿਵਾਰ ਨੇ, ਪਰ ਉਨਾ ਫਾਇਦਾ ਨਹੀਂ ਉਹਨੂੰ ਹੋਣਾ। ਇਹਦੇ ਵਾਸਤੇ ਨਾ ਕਹਿੰਦੇ ਨੇ ਦਾਨ ਜਿਹੜਾ ਪਾਣੀ ਦੇ ਜਿਵੇਂ ਹੈ। ਜਿਵੇਂ ਅੰਬ ਦੇ ਬੂਟੇ ਨੂੰ ਪਾਣੀ ਦਈਏ ਨਾ ਤੇ ਮਿੱਠਾ ਫਲ ਮਿਲਦਾ ਹੈ, ਜੇ ਪਾਣੀ ਨਿੰਮ ਦੇ ਬੂਟੇ ਨੂੰ ਦਈਏ ਤੇ ਫਲ ਕੋੜੇ ਮਿਲਦੇ ਨੇ। ਬਸ ਐਵੇਂ ਦਾਨ ਹੈ। ਜੇ ਦਾਨ ਚੰਗੇ ਪੁਰਸ਼ ਨੂੰ ਦਵਾਂਗੇ ਮਿੱਠਾ ਫਲ ਮਿਲੇਗਾ, ਮਾੜੇ ਨੂੰ ਦਈਏ, ਨਿੰਮ ਨੂੰ ਪਾਣੀ ਦਈਏ ਤੇ ਕੋੜਾ ਮਿਲਦਾ ਹੈ। ਫਲ ਤੇ ਜ਼ਰੂਰ ਮਿਲੇਗਾ, ਐਸੀ ਗੱਲ ਨਹੀਂ ਹੈ, ਫਲ ਮਿਲਦਾ ਹੀ ਮਿਲਦਾ ਹੈ। ਅੰਬ ਨੂੰ ਪਾਣੀ ਦਿੱਤੇ ਆ, ਮਿੱਠੇ ਅੰਬ ਖਾਵਾਂਗੇ, ਤੇ ਨਿੰਮ ਨੂੰ ਦਵਾਂਗੇ ਤੇ ਕੋੜੇ ਮਿਲਣੇ ਨੇ। ਨਿੰਮ ਅਸੀਂ ਵੇਖਦੇ ਹੀ ਆ ਬਾਅਦ, ਨਿੰਮ ਦੇ ਕਿੱਡੀ ਕੁੜੱਤਣ ਹੁੰਦੀ ਹੈ ਨਿੰਮ 'ਚ। ਇਸ ਕਰਕੇ ਦਾਨ ਤੇ ਜ਼ਰੂਰ ਕਰੇ, ਪਰ ਅਧਿਕਾਰੀ ਪੁਰਸ਼ ਨੂੰ ਕਰੇ। ਇਹਨੂੰ ਮਹਾਰਾਜ ਨੇ ਆਸਾ ਦੀ ਵਾਰ 'ਚ ਕਿਹਾ, ਅਕਲੀ ਕੀਜੈ ਦਾਨ। ਦਾਨ ਵੇਖ ਕੇ ਕਰੇ। ਜਿਹੜਾ ਮੈਂ ਦਾਨ ਕਰਨ ਲੱਗਿਆ ਕਿਤੇ ਐਸਾ ਨਾ ਹੋਏ, ਐਸੇ ਪੁਰਸ਼ ਨੂੰ, ਹੁਣ ਨੱਚਣ ਵਾਲਿਆਂ ਨੂੰ ਲੋਕ ਕਰਦੇ ਨੇ, ਉਹ ਕੀ ਕਰਨਗੇ? ਵੱਧ ਤੋਂ ਵੱਧ ਫਿਰ ਹੋਰ ਸਮਾਜ ਦੇ ਵਿੱਚ ਐਸੇ ਗੀਤ ਕੱਢਣਗੇ ਜਿਨ੍ਹਾਂ ਨਾਲ ਸਮਾਜ ਪਰੇਸ਼ਾਨੀ 'ਚ ਜਾਂਦਾ ਹੈ। ਸਮਾਜ ਦੇ ਵਿੱਚ ਐਸੇ ਬੋਲ ਫਲਾਉਣਗੇ, ਉਹ ਕੋਈ ਵੇਦ ਸ਼ਾਸਤਰਾਂ ਦੇ ਬੋਲ ਗਾਉਂਦੇ ਨੇ ਨੱਚਣ ਵਾਲੇ, ਨਹੀਂ ਸਾਧ ਸੰਗਤ, ਕਿੱਡੇ ਮਾੜੇ ਬੋਲ ਗਾਉਂਦੇ ਨੇ ਜਿਨ੍ਹਾਂ ਨਾਲ ਮਨੁੱਖ ਅੰਦਰ ਕ੍ਰੋਧ ਵੱਧਦਾ ਹੈ, ਜਿਨ੍ਹਾਂ ਨਾਲ ਮਨੁੱਖ ਅੰਦਰ ਲੋਭ ਵੱਧਦਾ ਹੈ, ਕਾਮ ਦੀਆਂ ਭਾਵਨਾਵਾਂ ਵੱਧਦੀਆਂ ਨੇ। ਐਸੇ ਗੀਤ ਨੇ ਉਹ। ਹੁਣ ਜਿਹੜਾ ਮਨੁੱਖ ਉਹਨਾਂ ਨੂੰ ਦਾਨ ਕਰ ਰਿਹਾ, ਉਹ ਫਿਰ ਜਿੰਨੇ ਮਨੁੱਖਾਂ ਦਾ ਉਹਨਾਂ ਦੇ ਗੀਤ ਸੁਣਨ ਨਾਲ ਧਰਮ ਭ੍ਰਿਸ਼ਟ ਹੋਏਗਾ, ਉਹ ਮਨੁੱਖ ਅਧਿਕਾਰੀ ਬਣਦਾ ਹੈ ਪਾਪਾਂ ਦਾ ਨਾਲ ਉਹਨਾਂ ਦੇ। ਜਿੰਨੇ ਲੋਕਾਂ ਦਾ ਸੱਤ ਉਹ ਖਰਾਬ ਕਰਨਗੇ, ਜਿੰਨੇ ਲੋਕਾਂ ਦੇ ਜ਼ਿੰਦਗੀ ਉਹ ਲੋਕ ਖਰਾਬ ਕਰਨਗੇ, ਮਨੁੱਖ ਅਧਿਕਾਰੀ ਬਣ ਜਾਏਗਾ ਉਹਨਾਂ ਦੇ ਨਾਲ। ਇਸ ਕਰਕੇ ਅਸੀਂ ਕਈ ਵਾਰੀ ਵੇਖਦੇ ਹਾਂ ਚੰਗੀਆਂ ਥਾਵਾਂ ਤੇ ਦਾਨ ਕੀਤਾ, ਚੰਗੇ ਪੁਰਸ਼ਾਂ ਨੂੰ ਕੀਤਾ, ਫਿਰ ਜਿੰਨੇ ਲੋਕ ਉਹਨਾਂ ਨਾਲ ਜੁੜਨਗੇ ਉਹ ਉਹਨਾਂ ਨਾਲ ਅਧਿਕਾਰੀ ਬਣ ਜਾਏਗਾ ਫਲ ਦਾ। ਐਵੇਂ ਸਮਝ ਲਓ, ਆਮ ਕਰਕੇ ਅਸੀਂ ਕਹਿੰਦੇ ਹਾਂ, ਕਹਿੰਦੇ ਜਦੋਂ ਚਿੜੀ ਜਿਹੜੀ ਹੈ ਜੰਗਲ ਵਿੱਚ ਅੱਗ ਲੱਗਦੀ ਹੈ, ਅੱਗ ਬੁਝਾਉਣ ਲਈ ਚੁੰਝ ਨਾਲ ਪਾਣੀ ਭਰ ਕੇ ਲੈ ਜਾਂਦੀ ਹੈ। ਬਾਕੀ ਪੰਛੀ ਕਹਿੰਦੇ ਨੇ ਤੇਰੀ ਚੁੰਝ ਨਾਲ ਕਿਤੇ ਅੱਗ ਬੁਝ ਜਾਣੀ ਹੈ। ਕਹਿੰਦੇ ਪਤਾ ਮੈਨੂੰ ਵੀ ਹੈ ਅੱਗ ਨਹੀਂ ਬੁਝਣੀ, ਪ੍ਰਯਤਨ ਕਰਨਾ ਚਾਹੀਦਾ। ਪਤਾ ਮੈਨੂੰ ਵੀ ਹੈ ਅੱਗ ਨਹੀਂ ਬੁਝੇਗੀ, ਪਰ ਇੱਕ ਗੱਲ ਹੈ, ਜੇ ਦਿਨ ਰੱਬ ਦੀ ਦਰਗਾਹ ਦੇ ਵਿੱਚ, ਕਿਉਂਕਿ ਸਾਧ ਸੰਗਤ ਇੱਕ ਦਿਨ ਤੇ ਇਨਸਾਫ ਹੋਣਾ ਹੀ ਹੈ। ਬਾਣੀ ਕਹਿੰਦੀ ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਤੂੰ ਕੀ ਖੱਟਿਆ, ਕੀ ਕਮਾਇਆ, ਕੀ ਨਹੀਂ ਕਮਾਇਆ, ਇੱਕ ਦਿਨ ਲੇਖਾ ਤੇ ਦੇਣਾ ਪੈਣਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਰੱਬ ਨੇ ਵਹੀ ਲਾਈ ਹੋਈ, ਕਹਿੰਦੇ ਜਿੱਦਣ ਉਹਨੇ ਲੇਖਾ ਮੰਗਣਾ ਵਹੀ ਕੱਢ ਕੇ ਬਹਿ ਜਾਣਾ। ਆ ਭਾਈ ਕੀ ਗਵਾਇਆ ਤੂੰ, ਕਿੰਨੀ ਕੁ ਬੰਦਗੀ ਕੀਤੀ, ਕੀ ਨਹੀਂ ਕੀਤੀ, ਸਾਹ ਤੇ ਮਿਲ ਹੀ ਰਹੇ ਨੇ ਨਾ। ਇਸ ਕਰਕੇ ਉਸ ਦਿਨ ਚਿੜੀ ਕਹਿੰਦੀ ਹੈ ਪਤਾ ਮੈਨੂੰ ਨਹੀਂ ਬੁੱਝਣਾ, ਪਰ ਜਿੱਦਣ ਰੱਬ ਦੀ ਦਰਗਾਹ ਵਿੱਚ ਇਨਸਾਫ ਹੋਣਾ ਹੈ, ਇੱਕ ਬਾਨੇ ਲਾਉਣ ਵਾਲੇ ਖੜੇ ਹੋਣਗੇ, ਇੱਕ ਬਾਨੇ ਬੁਝਾਉਣ ਵਾਲੇ ਖੜੇ ਹੋਣਗੇ। ਬੁਝਾਉਣ ਵਾਲਿਆਂ ਦੀ ਲਾਈਨ ਵਿੱਚ ਮੈਂ ਵੀ ਖੜੀ ਹੋਵਾਂਗੀ। ਸਾਧ ਸੰਗਤ ਸਾਨੂੰ ਪਤਾ ਹੈ ਮਨੁੱਖ ਬੰਦਗੀ ਕਰੇਗਾ, ਆਪ ਨਾਮ ਜਪੇਗਾ, ਹੋਰਾਂ ਨੂੰ ਜਪਾਏਗਾ, ਸਾਰੀ ਦੁਨੀਆ ਨਹੀਂ ਬਦਲਣੀ। ਪਰ ਜਿਸ ਦਿਨ ਸੱਚੇ ਰੱਬ ਦੀ ਦਰਗਾਹ 'ਚ ਇਨਸਾਫ ਹੋਣਾ ਹੈ, ਉਸ ਦਿਨ ਇੱਕ ਵਾਰੇ ਦੁਨੀਆ ਨੂੰ ਭ੍ਰਿਸ਼ਟ ਕਰਨ ਵਾਲੇ ਹੋਣਗੇ, ਇੱਕ ਬੰਨੇ ਦੁਨੀਆ ਨੂੰ ਸਿੱਧੇ ਬੰਨੇ ਲਾਉਣ ਵਾਲੇ ਹੋਣਗੇ। ਸਿੱਧੇ ਬੰਨਿਆਂ ਵਾਲਿਆਂ ਦੀ ਨਿਗਾਹ ਲੈਣ ਦੇ ਵਿੱਚ ਅਸੀਂ ਖੜੇ ਹੋਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਦੇ ਵੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਨਾਮ ਲੈਣਾ ਨਾ ਛੱਡੇ। ਦਾਨ ਵੀ ਅਧਿਕਾਰੀ ਪੁਰਸ਼ ਨੂੰ ਕਰੇ, ਤੇ ਇਸ਼ਨਾਨ ਕਰਕੇ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਜਪਣਾ ਚਾਹੀਦਾ ਹੈ।
ਹਰ ਗੁਰ ਕੀ ਨਿੰਦਾ ਨਹਿ ਸੁਨੈ, ਭਾਗੈ ਤਹੈ ਤੇ ਕੋ ਤਿਸ ਹਨੈ। ਸਾਧ ਸੰਗਤ ਇਹ ਵੀ ਬੜੀ ਵੱਡੀ ਗੱਲ ਹੈ। ਕਹਿੰਦੇ ਕਦੇ ਵੀ ਕਿਸੇ ਗੁਰੂ ਪੀਰ ਦੀ ਨਿੰਦਾ ਹੋਏ ਉਹ ਸੁਣੇ ਨਾ। ਹੁਣ ਕਈ ਵਾਰੀ ਕਈ ਐਸੇ ਲੋਕ ਨੇ ਅਵਤਾਰਾਂ ਦੀਆਂ ਖਾਤੇ ਖੋਲ ਕੇ ਬਹਿ ਜਾਂਦੇ ਨੇ, ਉਹਨਾਂ ਵਿੱਚ ਇੰਨੇ ਗੁਣ ਸੀ, ਫਲਾਣੇ ਅਵਤਾਰ ਨੇ ਆਹ ਕੀਤਾ, ਇਹ ਬੜਾ ਮਾੜਾ ਕੀਤਾ। ਹੁਣ ਕਈ ਵਾਰੀ ਮੈਂ ਵੇਖਦਾ ਕਈ ਲੋਕ ਐਵੇਂ ਕਹਿੰਦੇ ਨੇ ਸੀਤਾ ਮਾਤਾ ਜੀ ਨੂੰ, ਰਾਮਚੰਦਰ ਜੀ ਨੂੰ ਛੱਡਣਾ ਨਹੀਂ ਸੀ ਚਾਹੀਦਾ, ਅਗਨੀ ਪ੍ਰੀਖਿਆ ਨਹੀਂ ਸੀ ਲੈਣੀ ਚਾਹੀਦੀ, ਕਿ ਤੂੰ ਉਹਨਾਂ ਨਾਲੋਂ ਵੱਡਾ ਹੈ, ਤੇਰੇ ਤੋਂ ਪਹਿਲਾਂ ਸਲਾਹ ਲੈਣੀ ਚਾਹੀਦੀ ਹੈ ਵੀ ਲੈਣੀ ਚਾਹੀਦੀ ਕਿ ਨਹੀਂ। ਉਹ ਯੁੱਗ ਦੇ ਅਵਤਾਰ ਨੇ, ਤੇਰੇ ਤੋਂ ਪੁੱਛਣ ਆਉਣਗੇ ਪਹਿਲਾਂ ਵੀ ਮੈਂ ਕੀ ਕਰਾਂ ਕੀ ਨਾ ਕਰਾਂ। ਆਪ ਨਾ ਦੇਹ ਚੁਰੂ ਪਰ ਪਾਨੀ, ਤੇ ਨਿੰਦੈ ਜੇ ਗੰਗਾ ਆਨੀ। ਆਪਣੀ ਤੇ ਇੱਕ ਸੈਕਿੰਡ ਦੀ ਭਗਤੀ ਨਹੀਂ ਹੈ। ਆਪ ਤੇ ਕਦੀ 10 ਮਿੰਟ ਰੱਬ ਦਾ ਨਾਂ ਜਪਿਆ ਨਹੀਂ, ਤੇ ਵਿਚਾਰਾਂ ਉਹਨਾਂ ਬਾਰੇ ਕਰ ਰਿਹਾ ਜਿਨ੍ਹਾਂ ਨੇ ਜੋਗੀ ਬਦਲ ਦਿੱਤੇ, ਵਿਚਾਰਾਂ ਉਹਨਾਂ ਦੀਆਂ ਕਰਦਾ ਹੈ, ਗੁਣ ਅਵਗੁਣ ਉਹਨਾਂ ਦੇ ਵਿਚਾਰ ਰਿਹਾ ਹੈ। ਕਈ ਵਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਲੰਗਰ ਨਹੀਂ ਸੀ ਲਾਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਪਹਿਲਾਂ ਤੈਨੂੰ ਪੁੱਛਣ ਆਉਣਗੇ ਵੀ ਲੰਗਰ ਲਾਉਣਾ ਹੈ ਕਿ ਨਹੀਂ ਲਾਉਣਾ ਹੈ। ਇਹ ਗੁਰਦੁਆਰਿਆਂ ਵਿੱਚ ਆ ਨਹੀਂ ਕਰਨਾ ਚਾਹੀਦਾ, ਲੰਗਰ ਨਹੀਂ ਲਾਉਣਾ ਚਾਹੀਦਾ। ਪਹਿਲਾਂ ਆਪ ਕਦੇ 10 ਰੁਪਏ ਨਹੀਂ ਭਾਵੇਂ ਲੰਗਰ 'ਚ ਦਿੱਤੇ ਹੋਣ। ਸਾਧ ਸੰਗਤ ਗੱਲਾਂ ਵੀ ਉਹੀ ਕਰਦੇ ਨੇ ਜਿਨ੍ਹਾਂ ਕਦੇ ਕੀਤਾ ਹੀ ਨਹੀਂ। ਪਰਮਾਤਮਾ ਦੇ ਅਵਤਾਰਾਂ ਦੀ ਨਿੰਦਾ ਕਰੀ ਜਾਂਦੇ ਨੇ, ਐਸੇ ਲੋਕਾਂ ਦਾ ਭਲਾ ਕਿੱਥੇ ਹੋਣਾ ਹੈ। ਕਈਆਂ ਨੂੰ ਸਿਰਫ ਕੰਮ ਹੀ ਇਹ ਹੈ, ਜਿੱਥੇ ਬਹਿਣਾ ਹੈ ਕਿਸੇ ਗੁਰੂ ਪੀਰ ਦੀ ਨਿੰਦਾ ਹੀ ਕਰਨੀ ਹੈ, ਬਸ ਹੋਰ ਕਰਨਾ ਹੀ ਕੁਛ ਨਹੀਂ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਿੱਥੇ ਕਿਸੇ ਗੁਰੂ ਦੀ, ਪੀਰ ਦੀ, ਫਕੀਰ ਦੀ ਨਿੰਦਾ ਚੱਲੇ, ਕਹਿੰਦੇ ਉੱਥੋਂ ਉੱਠ ਕੇ ਦੂਰ ਚਲੇ ਜਾਣਾ ਚਾਹੀਦਾ ਹੈ। ਕਿਉਂਕਿ ਜੇ ਸੁਣਾਂਗੇ ਉਹਨਾਂ ਦਾ ਭਾਗੀ ਮਨੁੱਖ ਵੀ ਬਣ ਜਾਂਦਾ ਹੈ। ਛਰ ਮਤ ਸਰ ਤ੍ਰਿਸ਼ਨਾ ਕੋ ਤਜ ਕੈ, ਨਿਜ ਆਛੋ ਜਾਣੈ ਹਰ ਭਜ ਕੈ। ਛਲ ਨੂੰ, ਕਪਟ ਨੂੰ ਛੱਡ ਕੇ, ਈਰਖਾ ਨੂੰ ਛੱਡ ਕੇ ਤੇ ਤ੍ਰਿਸ਼ਨਾ ਛੱਡ ਕੇ ਬਸ ਹਮੇਸ਼ਾ ਪ੍ਰਭੂ ਦੀ ਬੰਦਗੀ ਵਿੱਚ ਹੀ ਲੱਗੇ ਰਹਿਣਾ ਚਾਹੀਦਾ ਹੈ। ਸੁਖ ਪਰਲੋਕ ਚਾਹੇ ਕਰ ਸਦਾ, ਜਗ ਸੁਖ ਮਹਿ ਉਰਜੈ ਨਹਿ ਕਦਾ। ਹਮੇਸ਼ਾ ਇਹੀ ਸੋਚੇ ਬਸ ਮੈਂ ਜ਼ਿੰਦਗੀ ਵਿੱਚ ਨਾਮ ਜਪਣਾ ਹੈ, ਤਾਂ ਜੋ ਮੈਂ ਪਰਮਾਤਮਾ ਦੀ ਦਰਗਾਹ 'ਚ ਕਬੂਲ ਹੋ ਸਕਾਂ, ਪਰਮਾਤਮਾ ਦੀ ਦਰਗਾਹ ਵਿੱਚ ਪ੍ਰਮਾਣਿਕ ਹੋ ਸਕਾਂ। ਔਰ ਜਿਹੜੇ ਜਗਤ ਦੇ ਸੁੱਖ ਨੇ, ਕਿਉਂਕਿ ਸਾਧ ਸੰਗਤ ਮੈਂ ਉਸ ਦਿਨ ਹੀ ਬੇਨਤੀ ਕੀਤੀ, ਵੇਖੋ ਮਨੁੱਖ ਉਲਝਦਾ ਕਿਵੇਂ ਹੈ। ਮਤਲਬ ਅੱਜ ਇਸ ਨੇ ਕਿਸੇ ਦੇ ਵੱਡੇ ਘਰ ਵਿੱਚ ਗਿਆ, ਉੱਥੇ ਜਾ ਕੇ ਵੇਖਿਆ ਵੀ ਇਹ ਬੜਾ ਵੱਡਾ ਹੈ, ਇਹਦੇ ਕੋਲ ਆ ਵੀ ਚੀਜ਼ ਹੈ, ਆ ਵੀ ਚੀਜ਼ ਹੈ, ਸਾਰੀਆਂ ਵੇਖ ਕੇ ਘਰ ਆਇਆ, ਵਿਚਾਰ ਬਣਾਇਆ ਮੇਰੇ ਕੋਲ ਵੀ ਹੋਣੀਆਂ ਚਾਹੀਦੀਆਂ ਨੇ। ਬਸ ਫਿਰ ਲੱਗ ਗਿਆ ਸਵੇਰੇ ਸ਼ਾਮ 20-25 ਸਾਲ ਕੱਢ ਦਿੱਤੇ ਬਸ ਇਸੇ ਸੋਚ ਵਿੱਚ। ਆ ਗਿਆ, ਫਿਰ ਕਹਿੰਦਾ ਆ ਨਹੀਂ ਰਹਿ ਗਿਆ, ਉਹਦੇ ਕੋਲ ਆ ਵੀ ਗਿਆ। 25-30 ਸਾਲ ਇਸੇ ਚੀਜ਼ ਵਿੱਚ, ਫਿਰ ਜਿੰਨੀ ਬੰਦਗੀ ਕੀਤੀ ਸਾਰੀ ਚੀਜ਼ ਇਸੇ ਚੀਜ਼ ਵਿੱਚ ਹੀ ਕੱਢਦੇ। 25-30 ਸਾਲ ਸਮਝ ਹੀ ਨਾ ਲੱਗੀ ਕਰਨਾ ਕੀ ਸੀ ਜ਼ਿੰਦਗੀ 'ਚ। ਹੁਣ ਉਧਰੋਂ ਜ਼ਿੰਦਗੀ ਦਾ ਅੰਤ ਸਮਾਂ ਆ ਜਾਂਦਾ ਹੈ, ਉਧਰੋਂ ਇਹਦੇ ਖਾਣ ਪੀਣ ਦਾ ਟਾਈਮ ਹੁੰਦਾ ਹੈ। ਕਿਉਂਕਿ ਜਦੋਂ ਤ੍ਰਿਸ਼ਨਾ 'ਚ ਲੱਗਿਆ ਉੱਥੋਂ ਕਿਤੇ ਖਾਧਾ ਪੀਤਾ ਜਾਂਦਾ, ਨਾ ਨੀਂਦਰ ਆਉਂਦੀ ਹੈ। ਹੁਣ ਜਦੋਂ ਮਨੁੱਖ ਦਾ ਖਾਣ ਪੀਣ ਦਾ ਟਾਈਮ ਆਉਂਦਾ ਹੈ, ਉਦੋਂ ਨੂੰ ਰੱਬ ਕਹਿੰਦਾ ਵੀ ਚੱਲ ਹੁਣ ਚੱਲੀਏ। ਇੰਨੇ 'ਚ ਘਰ ਘੁਰ ਬਣਾਉਂਦਿਆਂ ਰਹਿ ਜਾਂਦਾ ਹੈ, ਘਰ ਦੀ ਚਿੰਤਾ ਵਿੱਚ ਲੱਗਿਆ ਰਹਿੰਦਾ ਹੈ, ਪਰਿਵਾਰ ਵਿੱਚ ਇੰਨਾ ਪਰਿਵਾਰ ਪਲਦਾ। ਉਹ ਤੇ ਸਾਧ ਸੰਗਤ ਬਾਣੀ ਕਹਿੰਦੀ ਤੂੰ ਰਿਜ਼ਕ ਦੀ ਤੇ ਚਿੰਤਾ ਕਰ ਹੀ ਨਾ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਮਨੁੱਖ, ਤੇਰੀ ਚਿੰਤਾ ਪਰਮਾਤਮਾ ਕਰਦਾ ਹੈ। ਨਾ ਕਰ ਚਿੰਤ, ਚਿੰਤਾ ਹੈ ਕਰਤੇ ਨਾਨਕ, ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਾਧ ਸਿੰਘ ਗੱਲ ਯਾਦ ਰੱਖਣਾ, ਜਿਹੜੀ ਕੰਮ ਦੀ ਅਸੀਂ ਚਿੰਤਾ ਹੁਣ ਕਰ ਰਹੇ ਹਾਂ ਨਾ, ਇਹ ਹੋ ਜਾਣਾ। ਜਿਹਨੂੰ ਵੀ ਜਿਸ ਕੰਮ ਦੀ ਚਿੰਤਾ ਹੋਏਗੀ ਇਸ ਸਮੇਂ, ਯਾਦ ਰੱਖਣਾ ਉਹ ਹੋ ਜਾਣਾ ਹੈ। ਬਿੱਧ ਉਹਦੀ ਆਪਣੇ ਆਪ ਹੀ ਬਣ ਜਾਣੀ ਹੈ। ਪਰ ਮਨੁੱਖ ਨੂੰ ਇਹ ਚਿੰਤਾ ਰਹਿੰਦੀ ਹੈ। ਕਈ ਵਾਰੀ ਕਈ ਸੋਚਦੇ ਨੇ, ਕਈਆਂ ਕੋਲ ਲੜਕੀਆਂ ਹੋ ਜਾਣ ਨਾ, ਸਮਾਜ ਅਕਸਰ 'ਚ ਕਹਿੰਦਾ ਹੈ ਵੀ ਤੇਰੇ ਕੋਲ 3-4 ਲੜਕੀਆਂ ਨੇ, ਇਹਨਾਂ ਦੀ ਸ਼ਾਦੀ ਕਿਵੇਂ ਹੋਏਗੀ। ਹੁਣ ਅਜੇ ਲੜਕੀਆਂ 2 ਸਾਲ ਦੀਆਂ ਨੇ, ਸ਼ਾਦੀ ਜਾ ਕੇ 25 ਸਾਲ 'ਚ ਹੋਣੀ ਹੈ। ਉਹਨੂੰ ਹੁਣੇ ਰੋਜ਼-ਰੋਜ਼ ਕਹੀ ਜਾਣਗੇ। ਜੇ ਚੰਗਾ ਹੋਏਗਾ ਭਾਈ ਜਿਹਨੇ ਲੜਕੀਆਂ ਦਿੱਤੀਆਂ ਨੇ ਉਹਨੇ ਸ਼ਾਦੀ ਵੀ ਕਰਨੀ ਹੈ, ਕਿ ਅੱਜ ਤਾਈਂ ਕਿਸੇ ਦੀ ਧੀ ਰਹੀ ਹੈ ਜਿਹਦੀ ਸ਼ਾਦੀ ਨਾ ਹੋਈ ਹੋਏ, ਭਾਵੇਂ ਅਗਲੇ ਕੋਲ 10 ਹੋਣ। ਐਸੇ ਪਰਿਵਾਰ ਨੇ ਜਿਹਨਾਂ ਕੋਲ 7-7 ਵੀ ਲੜਕੀਆਂ ਰਹੀ ਹੈ ਕਿਸੇ ਦੀ ਧੀ। ਜਦੋਂ ਟਾਈਮ ਆਉਂਦਾ ਰੱਬ ਆਪਣੇ ਆਪ ਹੀ ਬਣਤਾ ਬਣਾਈ ਚਲੀ ਜਾਂਦਾ ਹੈ। ਸਾਧ ਸੰਗਤ ਆਪਣੇ ਆਪ ਹੀ ਬਣਤਾ ਬਣੀ ਜਾਂਦੀਆਂ ਨੇ, ਪਰ ਸਮਾਜ ਉਹਨੂੰ ਚਿੰਤਾਵਾਂ ਦਿੰਦਾ ਰਹਿੰਦਾ, ਹੁਣ ਤੇਰਾ ਕੀ ਬਣੇਗਾ। ਸਮਾਜ ਉਹਨੂੰ ਰੋਜ਼-ਰੋਜ਼, ਕਿਉਂ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹ ਬੰਦਗੀ ਵਾਲੇ ਨਹੀਂ ਹਨ। ਬਾਣੀ ਕਹਿੰਦੀ ਇਹ ਸੰਸਾਰ ਵਿਕਾਰ ਸੰਸੇਮੈ,
ਸੰਸਾਰ ਤੇ ਆਪਣੀਆਂ ਸ਼ੰਕਾਵਾਂ ਵਿੱਚ ਫਸਿਆ ਫਿਰਦਾ ਹੈ। ਔਰ ਯਾਦ ਰੱਖਣਾ, ਜਿਹਦੇ ਅੰਦਰ ਆਪ ਚਿੰਤਾਵਾਂ ਨੇ ਨਾ, ਦੂਜੇ ਦੀਆਂ ਚਿੰਤਾਵਾਂ ਵੀ ਉਹੀ ਦੱਸਦਾ ਹੈ। ਜਿਹੜਾ ਆਪਣੇ ਅੰਦਰੋਂ ਚਿੰਤਾ ਫਰੀ ਹੈ, ਦੂਜਿਆਂ ਨੂੰ ਕਹਿੰਦਾ ਭਾਈ ਚਿੰਤਾ ਨਾ ਕਰੋ, ਉਹ ਇਹ ਕਹਿੰਦਾ। ਜਿਹੜਾ ਚਿੰਤਾ ਮੁਕਤ ਹੋ ਗਿਆ ਨਾ, ਉਹ ਦੂਜਿਆਂ ਨੂੰ ਕਹੇਗਾ ਚਿੰਤਾ ਨਾ ਕਰ, ਸਭ ਕੁਝ ਹੀ ਹੋ ਜਾਣਾ ਹੈ। ਦੁਨੀਆ ਦੇ ਵਿੱਚ ਰੱਬ ਨੇ ਸਾਰਿਆਂ ਦੇ ਹੀ ਕੰਮ ਕੀਤੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਜਦੋਂ ਮਨੁੱਖ 25-30 ਸਾਲ ਮਨੁੱਖ ਘਰ ਦੀ ਚਿੰਤਾ ਵਿੱਚ ਹੀ ਕੱਢ ਦਿੰਦਾ ਹੈ, ਨਾ ਕੋਈ ਬੰਦਗੀ ਕਰਦਾ, ਸਵੇਰੇ ਉੱਠਦਾ ਬਸ ਚੱਤੋ ਪੈਰ ਕੰਮ ਹੀ, ਰੋਟੀ ਵੀ ਨਹੀਂ ਖਾਂਦਾ, ਦਿਨ ਰਾਤ ਬਸ ਕੰਮ ਹੀ ਕੰਮ ਹੀ। ਇੰਨੇ 'ਚ ਹੁਣ ਖਾਣ ਪੀਣ ਦਾ ਟਾਈਮ ਆਉਂਦਾ ਹੈ, ਇੰਨੇ 'ਚ ਦੰਦ ਵੀ ਚਲੇ ਜਾਂਦੇ ਨੇ, ਚੱਲਣ ਪੈਣ ਨੂੰ ਹੱਥ ਪੈਰ ਵੀ ਨਹੀਂ ਰਹਿੰਦੇ। 60-70 ਸਾਲ ਦਾ ਹੋ ਜਾਂਦਾ, ਹੁਣ ਸੋਚਦਾ ਵੀ, ਬਾਣੀ ਕਹਿੰਦੀ ਹੈ ਨੈਣੂ ਨਕਟੂ ਸਰਵਣੂ ਰਸਪਤ, ਕਹਿੰਦੇ ਅੱਖਾਂ ਵੀ ਹੌਲੀ ਹੌਲੀ ਵਿਖਣਾ ਬੰਦ ਹੋ ਜਾਂਦਾ ਹੈ। ਫਿਰ ਮਨੁੱਖ ਸੋਚਦਾ ਹੁਣ ਜ਼ਿੰਦਗੀ ਦਾ ਆਨੰਦ ਮਾਣੀਏ, ਹੁਣ ਕਿੱਥੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹਮੇਸ਼ਾ ਪਰਮਾਤਮਾ ਦਾ ਨਾਮ ਜਪੇ, ਜ਼ਿੰਦਗੀ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਵੀ ਨਾਲ ਨਾਲ ਹੀ ਕਰਦੇ ਰਹਿਣਾ ਚਾਹੀਦਾ ਹੈ। ਗੁਰ ਸੇਵਨ ਹਰ ਸਿਮਰਨ ਕਰਨੋ, ਇਸ ਤੇ ਨੀਕੋ ਅਪਰ ਨ ਬਰਨੋ। ਸਭ ਤੋਂ ਚੰਗਾ ਕੰਮ ਹੈ ਸੇਵਾ ਕਰਨੀ ਤੇ ਸਿਮਰਨ ਕਰਨਾ। ਗੁਰੂ ਅਮਰਦਾਸ ਜੀ ਕਹਿੰਦੇ ਇਹ ਤੋਂ ਵੱਡਾ ਕੰਮ ਨਹੀਂ ਹੈ ਕੋਈ। ਅਵਰ ਕਾਜ ਤੇਰੇ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਕੇਵਲ ਨਾਮ ਸਭ ਤੋਂ ਵੱਡਾ ਕੰਮ ਸਤ ਸੰਗਤ ਵਿੱਚ ਆ ਕੇ ਨਾਮ ਜਪਣਾ ਹੈ। ਔਰ ਇਹਦੀ ਬੜੀ ਵੱਡੀ ਬਰਕਤ ਹੈ। ਸਾਧ ਸੰਗਤ ਸਤ ਸੰਗਤ ਵਿੱਚ ਆਉਂਦਿਆਂ ਬੜੇ ਕੰਮ ਪ੍ਰਮਾਤਮਾ ਆਪ ਹੀ ਚਲਾਈ ਜਾਂਦਾ ਹੈ। ਆਪਾਂ ਜਿਵੇਂ ਚੰਦੋ ਰਾਣੀ ਦੀ ਉਹਦੀ ਸਾਖੀ ਸੁਣਦੇ ਹਾਂ, ਉਹ ਰੋਜ਼ ਰਾਤ ਨੂੰ ਉਹਨੇ ਸਤ ਸੰਗਤ ਵਿੱਚ ਜਾਣਾ, ਰਾਜਾ ਪਿੱਛੇ ਪਿੱਛੇ ਆ ਗਿਆ ਵੀ ਇਹ ਪਤਾ ਨਹੀਂ ਕਿੱਥੇ ਜਾਂਦੀ ਹੈ। ਔਰ ਸਤ ਸੰਗਤ ਦੀ ਕਿੱਡੀ ਕਿਰਪਾ, ਇੱਕ ਖੜਾ ਵੀ ਚੁੱਕ ਕੇ ਲੈ ਗਿਆ। ਤੇ ਉਹਨੇ ਵੇਖਿਆ ਖੜਾ ਨਹੀਂ ਹੈ, ਘਰ ਕਿਵੇਂ ਜਾਵਾਂਗੀ। ਕਹਿੰਦੇ ਸਤ ਸੰਗਤ ਨੂੰ ਕਹਿੰਦੇ ਨੇ ਅਰਦਾਸ ਕਰੋ ਵੀ ਮੇਰੀ ਜਿਹੜੀ ਖੜਾ ਹੈ ਉਹ ਲੱਭ ਜਾਏ। ਸਾਰੀ ਸੰਗਤ ਅਰਦਾਸ ਕਰਦੀ ਹੈ, ਰਾਣੀ ਦੀ ਖੜਾ ਲੱਭ ਜਾਂਦੀ ਹੈ, ਰੱਬ ਧਰ ਜਾਂਦਾ ਕੋਈ ਹੋਰ ਹੀ। ਉਹਦੇ ਘਰ ਵਿੱਚ ਕਿਹੜਾ ਕਮੀ ਹੈ, ਖੜਾਵਾਂ ਤੇ ਭਾਵੇਂ ਲੱਖਾਂ ਪਈਆਂ ਨੇ ਉਹਦੇ ਕੋਲ। ਉਹ ਜਦੋਂ ਦੁਬਾਰਾ ਜਾਂਦੀ ਹੈ, ਰਾਜਾ ਕਹਿੰਦਾ ਵੀ ਕਿੱਥੋਂ ਆਈ, ਕਹਿੰਦੇ ਸਤ ਸੰਗਤ ਚੋਂ। ਕਹਿੰਦੇ ਇਹ ਜਿਹੜੀ ਖੜਾ ਮੈਂ ਲੈ ਕੇ, ਕਹਿੰਦੇ ਨਹੀਂ ਆ ਤੇ ਖੜਾਵਾਂ ਉੱਥੇ ਹੀ ਸਨ, ਇਹਦੇ ਉੱਥੋਂ ਲੱਭ ਗਈ ਹੈ। ਰਾਜੇ ਦੇ ਮਨ ਵਿੱਚ ਨਿਸ਼ਚਾ ਆ ਗਿਆ ਵੀ ਸਤ ਸੰਗਤ ਤੋਂ ਵੱਡਾ ਫਲ ਕੋਈ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹਮੇਸ਼ਾ ਸਤ ਸੰਗਤ ਕਰਨੀ, ਇਹ ਹੀ ਸਭ ਤੋਂ ਵੱਡਾ ਕਰਮ ਹੈ। ਸੁਭ ਮਤ ਇਨ ਕੋ ਤਿਆਗੈ ਨਾਹੀ, ਮਿਲਿਓ ਰਹੇ ਸਤ ਸੰਗਤ ਮਾਹੀ। ਜਿਹੜਾ ਸ਼ੁਭ ਬੁੱਧੀ ਵਾਲਾ ਮਨੁੱਖ ਹੈ ਨਾ, ਜਿਹਦੀ ਚੰਗੀ ਬੁੱਧੀ ਹੈ, ਬੁੱਧੀ ਨਿਰਮਲ ਹੈ, ਦਿਮਾਗ ਜਿਹਦੀ ਸਮਝ ਚੰਗੀ ਹੈ, ਉਹਦਾ ਪਛਾਣ ਇਹ ਹੈ ਉਹ ਕਦੇ ਵੀ ਨਾਮ ਜਪਣਾ ਤੇ ਸਤ ਸੰਗਤ ਨਹੀਂ ਛੱਡੇਗਾ। ਉਹਦੀ ਇਹ ਪਛਾਣ ਹੈ। ਮਹਾਰਾਜ ਕਹਿੰਦੇ ਨੇ, ਕਹਿੰਦੇ ਇਸ ਕਰਕੇ ਸ਼ੁਭ ਬੁੱਧੀ ਵਾਲਾ ਇਹਨਾਂ ਗੁਣਾਂ ਦਾ ਤਿਆਗ ਕਦੇ ਵੀ ਨਹੀਂ ਕਰਦਾ ਹੈ। ਗੁਰਬਾਣੀ ਸੋ ਮਨ ਅਨੁਰਾਗੈ ਹੈ, ਪਠਤ ਸੁਨਤ ਜਬ ਮੀਠੀ ਲਾਗੈ ਹੈ। ਕਹਿੰਦੇ ਜਦੋਂ ਵੀ ਬਾਣੀ ਪੜ੍ਹਦਿਆਂ ਸੁਣਦਿਆਂ ਮਿੱਠੀ ਲੱਗੇ। ਸਤਿਪੁਰਸ਼ਾਂ ਦੇ ਜਦੋਂ ਵੀ ਬੋਲ ਸੁਣੇ, ਰੋਜ਼ ਸੁਣੇਗਾ, ਮਿੱਠੇ ਲੱਗਣੇ ਸ਼ੁਰੂ ਹੋ ਜਾਣਗੇ। ਤੇ ਹਮੇਸ਼ਾ ਇਵੇਂ ਹੀ ਸੋਚੇ ਇਹ ਜਿਹੜੇ ਬੋਲ ਨੇ ਇਹਨਾਂ ਨਾਲ ਮੇਰਾ ਕਲਿਆਣ ਹੋ ਰਿਹਾ ਹੈ, ਮੇਰਾ ਭਲਾ ਹੋ ਰਿਹਾ ਹੈ। ਤਬ ਜਾਣੈ ਮਮ ਹੋਏ ਕਲਿਆਣ ਹੈ, ਸੁਨ ਗੁਰ ਸ਼ਬਦ ਕਮਾਵਣ ਠਾਨ ਹੈ। ਫਿਰ ਮਨੁੱਖ ਸੋਚੇ ਇਹਦੇ ਵਿੱਚ ਮੇਰਾ ਕਲਿਆਣ ਹੈ ਤੇ ਫਿਰ ਸ਼ਬਦ ਦੀ ਕਮਾਈ ਕਰੇ। ਕਮਾਈ ਦਾ ਮਤਲਬ ਹੈ ਸਾਧ ਸੰਗਤ ਜੋ ਗੁਰੂ ਨੇ ਬੋਲ ਦੱਸਿਆ ਉਹਦੇ ਤੇ ਤੁਰੇ ਵੀ। ਸਾਧ ਸੰਗਤ ਸ਼ਬਦ ਲੈਣਾ ਸੌਖਾ ਹੈ, ਕਮਾਈ ਬੜੀ ਔਖੀ ਹੈ। ਸ਼ਬਦ ਤੇ ਗੁਰੂ ਦੀ ਬਾਣੀ ਨੂੰ ਲੈਣਾ, ਭਾਵ ਉਹਦੇ ਸ਼ਬਦ ਪੜ੍ਹਨੇ ਸੌਖੇ ਨੇ, ਉਹਨਾਂ ਸ਼ਬਦਾਂ ਤੇ ਤੁਰਨਾ, ਉਹਨਾਂ ਸ਼ਬਦਾਂ ਦੀ ਕਮਾਈ ਕਰਨੀ ਔਖੀ ਹੈ। ਇਸ ਕਰਕੇ ਮਨੁੱਖ ਗੁਰੂ ਦੇ ਜਿਹੜੇ ਸ਼ਬਦ ਨੇ, ਹੁਣ ਮਹਾਰਾਜ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਹੁਣ ਸੱਚ ਬੋਲਣਾ ਅੱਜ ਦੇ ਸਮੇਂ 'ਚ ਕਿੱਡਾ ਔਖਾ ਹੈ। ਜੇ ਕਿਤੇ ਮਨੁੱਖ ਸੱਚ ਬੋਲਣ ਲੱਗ ਜਾਏ ਨਾ, ਬਿਲਕੁਲ ਹੀ ਇਹਨੂੰ ਬੜੀ ਵਾਰੀ ਪਤਾ ਹੁੰਦਾ ਹੈ ਵੀ ਇਹ ਕੰਮ ਗਲਤ ਹੈ। ਜੇ ਸੱਚ ਬੋਲਣ ਲੱਗ ਜਾਏ ਮਨੁੱਖ ਇੱਕ ਦਿਨ ਵੀ ਦੁਨੀਆ ਤੇ ਨਾ ਰਹਿ ਸਕੇ, ਇੰਨਾ ਔਖਾ ਹੈ ਅੱਜ ਦੇ ਸਮੇਂ ਸੱਚ ਬੋਲਣਾ। ਇਸ ਕਰਕੇ ਚਾਰੇ ਬੰਨੇ ਜਦੋਂ ਝੂਠ ਦਾ ਹੀ ਪਸਾਰਾ ਹੋਏ ਉਦੋਂ ਸੱਚ ਬੋਲਣਾ ਬੜਾ ਔਖਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰੂ ਦੀ ਜਿਹੜੀ ਬਾਣੀ ਹੈ, ਉਹ ਜਿਹੜੇ ਸ਼ਬਦ ਨੇ ਉਹਨਾਂ ਦੀ ਕਮਾਈ ਕਰੇ। ਹੁਣ ਮਹਾਰਾਜ ਸਾਹਿਬ ਦਾ ਸ਼ਬਦ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ,
ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਕਿੰਨੇ ਹੀ ਸ਼ਬਦ ਨੇ ਵੀ ਪਰਮਾਤਮਾ ਦੇ ਸਿਮਰਨ ਨਾਲ ਆ ਵੀ ਮਿਲ ਜਾਂਦਾ ਹੈ, ਆ ਵੀ ਮਿਲ ਜਾਂਦਾ ਹੈ। ਹੁਣ ਮਹਾਰਾਜ ਕਿਰਪਾ ਕਰੇ ਐਸੀ ਮੱਤ ਆ ਜਾਏ, ਮਨੁੱਖ ਪ੍ਰਭੂ ਦਾ ਸਿਮਰਨ ਹੀ ਕਰਨ ਲੱਗ ਜਾਏ। ਇਹ ਸੋਚੇ ਵੀ ਜੇ ਗੁਰੂ ਕਹਿੰਦਾ ਫਿਰ ਮਿਲਦਾ ਹੋਏਗਾ, ਐਵੇਂ ਤੇ ਨਹੀਂ ਕਹਿ ਦਿੱਤਾ ਮਹਾਰਾਜ ਨੇ। ਹੁਣ ਇਸ ਸ਼ਬਦ ਤੇ ਅਡਿੱਗ ਰਹਿਣਾ ਇਹ ਬੜਾ ਔਖਾ ਹੈ। ਇਹ ਜਦੋਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ, ਮਤ ਨਿਰਮਲ ਹੁੰਦੀ ਜਾਂਦੀ ਹੈ, ਫਿਰ ਮਨੁੱਖ ਗੁਰੂ ਦੇ ਸ਼ਬਦ ਕਮਾਉਣੇ ਸ਼ੁਰੂ ਕਰਦਾ ਹੈ। ਏਮ ਗੁਰ ਕਹੀ ਸੁਣੀ ਦੈ ਕਾਨ, ਗੁਰ ਸਿੱਖਿਆ ਸਿੱਖਿਅਨ ਸੁਖ ਤਾਨ। ਐਵੇਂ ਗੁਰੂ ਸਾਹਿਬ ਜੀ ਨੇ ਸਿੱਖਿਆ ਦੱਸੀ ਤੇ ਨਾਲ ਜਿੰਨੇ ਵੀ ਸਨ ਸਾਰਿਆਂ ਨੇ ਸੁਣੀ, ਕਿਉਂਕਿ ਸਾਧ ਸੰਗਤ ਗੁਰੂ ਦੀ ਸਿੱਖਿਆ ਮਨੁੱਖ ਨੂੰ ਸੁੱਖਾਂ ਦਾ ਦਾਨ ਦਿੰਦੀ ਹੈ। ਕਿਉਂਕਿ ਇਹ ਜਿਹੜਾ ਸੰਸਾਰ ਹੈ ਇਹਦੇ ਬਾਰੇ ਸਾਡੀ ਬੁੱਧੀ ਬਹੁਤ ਛੋਟੀ ਹੈ। ਸਾਧ ਸੰਗਤ ਮਨੁੱਖ ਦੀ ਬੁੱਧੀ ਬੜੀ ਛੋਟੀ ਹੈ। ਇਹ ਤੇ ਮਹਾਰਾਜ ਬਾਣੀ 'ਚ ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਪਰਮਾਤਮਾ ਬਾਰੇ ਜਾਂ ਤੇ ਪਰਮਾਤਮਾ ਜਾਣਦਾ ਹੈ ਜਾਂ ਗੁਰੂ ਜਾਣਦਾ ਹੈ, ਤੀਜੇ ਮਨੁੱਖ ਨੂੰ ਨਹੀਂ ਪਤਾ ਉਹ ਕੀ ਹੈ, ਕਿੱਡਾ ਵੱਡਾ ਹੈ। ਤਾਂ ਹੀ ਕਰਕੇ ਮਹਾਰਾਜ ਬਾਰ-ਬਾਰ ਇੱਕ ਹੀ ਗੱਲ ਕਹਿੰਦੇ ਨੇ, ਭਾਈ ਤੂੰ ਨਾਮ ਜਪੀ ਚੱਲ, ਪਰਮਾਤਮਾ ਬੜਾ ਵੱਡਾ ਹੈ। ਬਾਰ-ਬਾਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਤੇ ਪ੍ਰਭ ਡੋਰੀ ਹਾਥ ਤੁਮਾਰੇ। ਬੜੀ ਵਾਰੀ ਮਹਾਰਾਜ ਨੇ ਉੱਚੇ ਉੱਚੇ ਬੋਲ ਕਹੇ, ਇਹ ਸਿੱਖਾਂ ਸਾਰੀਆਂ ਡੋਰੀਆਂ ਰੱਬ ਤੇ ਛੱਡ ਦੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹੰਬਾਰਕ ਤੇਰੇ। ਸਾਰੀਆਂ ਡੋਰੀਆਂ ਪਰਮਾਤਮਾ ਤੇ ਛੱਡ, ਚਿੰਤਾਵਾਂ ਛੱਡ। ਬਾਰ-ਬਾਰ ਮਹਾਰਾਜ ਨੇ ਕਿਹਾ। ਕਿਉਂ? ਕਿਉਂਕਿ ਜਿਹੜਾ ਕਰਤਾ ਪੁਰਖ ਹੈ, ਜਿਹਨੇ ਸ੍ਰਿਸ਼ਟੀ ਸਾਜੀ ਹੋਈ ਹੈ, ਸਾਧ ਸੰਗਤ ਉਹ ਬੜਾ ਵੱਡਾ ਹੈ। ਮਹਾਰਾਜ ਕਹਿੰਦੇ ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ। ਬਾਣੀ ਕਹਿੰਦੀ ਉੱਚਾ ਹੈ, ਅਗਮ ਹੈ, ਅਪਾਰ ਹੈ ਤੇ ਕਥਿਆ ਨਹੀਂ ਜਾ ਸਕਦਾ ਉਹ ਕਿੱਡਾ ਕੁ ਵੱਡਾ ਹੈ। ਕਿੰਨੇ ਕਿੰਨੇ ਸ਼ਬਦ ਵਰਤਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਮਨੁੱਖ ਨੂੰ ਸੁੱਖਾਂ ਦਾ ਦਾਨ ਦੇਣ ਵਾਲੀ ਹੈ। ਤਰੀ ਹਿਰਦੇ ਮਹਿ ਜੇ ਵੱਡ ਭਾਗੀ, ਸਤਿ ਨਾਮ ਜਪ ਪੇ ਲਿਵ ਲਾਗੀ। ਜਿਨ੍ਹਾਂ ਨੇ ਵੀ ਫਿਰ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਰ ਲਿਆ, ਦਿਲ ਵਿੱਚ ਧਰ ਲਿਆ, ਫਿਰ ਦਿਲੋਂ ਉਹੀ ਬੋਲ ਬੋਲਦੇ ਨੇ ਜਿਹੜਾ ਗੁਰੂ ਕਹਿੰਦਾ ਹੈ। ਕਹਿੰਦੇ ਉਹ ਫਿਰ ਸਤਿਨਾਮ ਦੇ ਨਾਲ ਜੁੜ ਜਾਂਦੇ ਨੇ, ਸੱਚੇ ਪਰਮੇਸ਼ਰ ਨਾਲ ਜੁੜ ਜਾਂਦੇ ਨੇ। ਸਾਧ ਸੰਗਤ ਇੱਥੋਂ ਤੇ ਦੀ ਜਿਹੜੀ ਕਥਾ ਆਪਾਂ ਅੱਜ ਸ਼ਰਵਣ ਕਰਾਂਗੇ, ਗੁਰੂ ਸਾਹਿਬ ਜੀ ਇਹ ਕਿਰਪਾ ਕਰਨ ਕਿਤੇ ਸਤਿਨਾਮ ਦੇ ਨਾਲ ਜੁੜ ਕੇ, ਪਰਮੇਸ਼ਰ ਨਾਲ ਜੁੜ ਕੇ ਇਹ ਜ਼ਿੰਦਗੀ ਦੀ ਜਿਹੜੀ ਯਾਤਰਾ ਤੇ ਮਨੁੱਖ ਆਇਆ ਹੋਇਆ ਹੈ, ਇਹ ਯਾਤਰਾ ਨੂੰ ਸਫਲ ਕਰ ਸਕੇ। ਕਿਉਂਕਿ ਸਾਧ ਸੰਗਤ ਬੰਦਗੀ ਤੋਂ ਬਿਨਾਂ ਕਿਨਾਰੇ ਨਹੀਂ ਪ੍ਰਾਪਤ ਹੋਣੇ, ਬੰਦਗੀ ਤੋਂ ਬਿਨਾਂ ਕੋਈ ਰਾਸਤਾ ਨਹੀਂ ਹੈ। ਤਾਂ ਹੀ ਬਾਣੀ ਮਹਾਰਾਜ ਕਹਿੰਦੇ ਨੇ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ। हे ਮਨੁੱਖ ਤੂੰ ਬੰਦਗੀ ਕਰ, ਜਿੰਨਾ ਚਿਰ ਤੇਰੇ ਅੰਦਰ ਸਾਹ ਨੇ, ਇੱਕ ਇੱਕ ਸਾਹ ਬੰਦਗੀ ਕਰ। ਬੰਦਗੀ ਤੋਂ ਬਿਨਾਂ ਸਾਰੇ ਦਾ ਸਾਰਾ ਜੀਵਨ ਹੀ ਵਿਰਥਾ ਚਲਾ ਜਾਂਦਾ ਹੈ। ਗੁਰੂ ਜੀ ਕਿਰਪਾ ਕਰਨ ਆਪ ਸਭ ਸਤ ਸੰਗੀਆਂ ਨੂੰ ਦੇਹ ਅਰੋਗਤਾ ਦੀ ਦਾਤ, ਨਾਮ ਦੀ ਦਾਤ ਬਖਸ਼ਣ, ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਣ। ਆਪ ਸਤ ਸੰਗਤ ਵਿੱਚ ਚੱਲ ਕੇ ਆਉਂਦੇ ਹੋ, ਚੱਲਿਆ ਇੱਕ ਇੱਕ ਕਦਮ ਪਰਮਾਤਮਾ ਦੇ ਰਾਹ ਤੇ ਪਹੁੰਚਣ ਵਾਸਤੇ। ਬਾਣੀ ਕਹਿੰਦੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪਰਮਾਤਮਾ ਵੱਲ ਮਨੁੱਖ ਇੱਕ ਕਦਮ ਰੱਖੇ, ਪਰਮਾਤਮਾ ਅੱਗੋਂ ਕਰੋੜਾਂ ਕਦਮ ਉਹਨੂੰ ਅੱਗੇ ਲੈਣ ਆਉਂਦਾ ਹੈ। ਕਿਰਪਾ ਤਾਂ ਹੀ ਹੁੰਦੀ ਹੈ ਜੇ ਕਿਰਪਾ ਵਾਲਾ ਕਰਮ ਕਰੇ, ਪਹਿਲਾਂ ਪਰਮਾਤਮਾ ਦੇ ਰਾਹ ਤੇ ਤੁਰੇ, ਪਰਮਾਤਮਾ ਮਨੁੱਖ ਤੇ ਕਿਰਪਾ ਕਰੇਗਾ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।